ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ਿਵਾਏ ਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੰਧਿਆ ਸਮੇਂ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਪ ਜੀ ਸੰਧਿਆ ਦੇ ਦੀਵਾਨ ਵਿੱਚ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਮਨੋਹਰ ਕੀਰਤਨ ਅਤੇ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਰੋਜ਼ਾਨਾ ਚੱਲ ਰਹੀ ਇਤਿਹਾਸਕ ਲੜੀਵਾਰ ਕਥਾ ਵਿੱਚ ਹਾਜ਼ਰੀ ਭਰ ਰਹੇ ਹੋ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਜੀਵਨ ਇਤਿਹਾਸ ਚੱਲ ਰਿਹਾ ਹੈ, ਜਿਸ ਦੇ ਤਹਿਤ ਭਾਈ ਦਇਆ ਸਿੰਘ ਜੀ ਗੁਰੂ ਕੀਆਂ ਸੰਗਤਾਂ ਗੁਰੂ ਕੇ ਖਾਲਸੇ ਵੱਲੋਂ ਵਿਦਵਤਾ ਪੂਰਵਕ ਕੀਤੇ ਹੋਏ ਸਵਾਲਾਂ ਦੇ ਜਵਾਬ ਤਸੱਲੀ ਬਖਸ਼ ਦੇ ਰਹੇ ਹਨ। ਬੀਤੇ ਕੱਲ੍ਹ ਆਪਾਂ ਸੁਣਿਆ ਯੋਗ ਦਾ ਵਰਣਨ ਕਿ ਯੋਗ ਦੇ 8 ਅੰਗ ਹਨ। ਸੋ ਇਕੱਲੇ ਇਕੱਲੇ ਦਾ ਯਮ 15 ਪ੍ਰਕਾਰ ਦਾ ਹੈ, ਨੇਮ 15 ਪ੍ਰਕਾਰ ਦਾ ਹੈ। ਸੋ ਪ੍ਰਮੁੱਖ ਰੂਪ ਦੇ ਵਿੱਚ ਜਿਹੜੇ 84 ਆਸਣ, ਫਿਰ ਉਹਨਾਂ 'ਚੋਂ 16 ਵਿੱਚੋਂ 4 ਅਤੇ 4 ਵਿੱਚੋਂ 2। ਸੋ ਇਹ ਆਸਣ ਆਪਾਂ ਕੱਲ੍ਹ ਸਰਵਣ ਕੀਤੇ। ਇਸ ਦੇ ਨਾਲ ਹੀ ਹੋਰ ਬੇਅੰਤ ਬਚਨ ਜੋ ਭਾਈ ਦਇਆ ਸਿੰਘ ਜੀ ਨੂੰ ਗੁਰੂ ਕੀਆਂ ਸੰਗਤਾਂ ਨੇ ਕੀਤੇ, ਉਹਨਾਂ ਦੇ ਸਵਾਲਾਂ ਦੇ ਜਵਾਬ ਭਾਈ ਦਇਆ ਸਿੰਘ ਜੀ ਨੇ ਗੁਰਮਤਿ ਦੇ ਆਧਾਰ 'ਤੇ, ਵੇਦਾਂਤ ਦੇ ਆਧਾਰ 'ਤੇ, ਯੋਗਾ ਦੇ ਆਧਾਰ ਦੇ ਉੱਪਰ ਦਿੱਤੇ ਹਨ। ਸੋ ਇਸੇ ਪ੍ਰਕਾਰ ਹੀ 10 ਪ੍ਰਾਣਾਂ ਦਾ ਨਿਰਣਾ ਕਰਕੇ ਦੱਸਿਆ ਕਿ ਸਰੀਰ ਦੇ ਵਿੱਚ ਜਿਹੜੇ ਪ੍ਰਾਣ ਚੱਲਦੇ ਆ ਇਹ ਕਿੰਨੀ ਪ੍ਰਕਾਰ ਦੇ ਆ। ਹੈ ਤਾਂ ਇੱਕੋ ਹੀ ਪ੍ਰਕਾਰ ਦਾ ਪ੍ਰਾਣ, ਪਰ ਉਹ 10 ਵੱਖ-ਵੱਖ ਜਗ੍ਹਾ ਦੇ ਉੱਤੇ ਕੰਮ ਕਰਦੇ ਆ, ਇਸ ਕਰਕੇ ਉਹਨਾਂ ਨੂੰ 10 ਨਾਮ ਦੇ ਦਿੱਤੇ ਗਏ। ਜਿਵੇਂ ਕੋਈ ਮਨੁੱਖ ਇੱਕੋ ਹੀ ਹੋਵੇ, ਜਿਸ ਵੇਲੇ ਉਹ ਸਕੂਲ ਦੇ ਵਿੱਚ ਬੈਠਾ ਕੁਰਸੀ ਦੇ ਉੱਤੇ ਬੱਚਿਆਂ ਨੂੰ ਪੜ੍ਹਾ ਰਿਹਾ ਤਾਂ ਉਸ ਵੇਲੇ ਉਸ ਨੂੰ ਅਧਿਆਪਕ, ਮਾਸਟਰ, ਟੀਚਰ ਕਿਹਾ ਜਾਂਦਾ ਹੈ। ਉਹੀ ਇਨਸਾਨ ਡਿਊਟੀ ਤੋਂ ਵਿਹਲਾ ਹੋ ਕੇ ਜਿਸ ਵੇਲੇ ਆਪਣੇ ਖੇਤ ਵਿੱਚ ਚਲਿਆ ਜਾਂਦਾ ਹੈ ਅਤੇ ਉੱਥੇ ਖੇਤੀਬਾੜੀ ਦਾ ਕੰਮ ਕਰਦਾ ਹੈ ਤਾਂ ਉਸੇ ਇਨਸਾਨ ਨੂੰ ਕਿਸਾਨ ਕਿਹਾ ਜਾਂਦਾ ਹੈ। ਇਨਸਾਨ ਇੱਕੋ ਹੀ ਹੈ, ਕਾਰਜ ਉਹਦੇ ਵੱਖਰੇ ਵੱਖਰੇ ਕਰਕੇ ਨਾਮ ਵੱਖਰੇ ਪੈ ਗਏ। ਇਸੇ ਤਰ੍ਹਾਂ ਜੇ ਉਹੀ ਇਨਸਾਨ ਬੈਠਾ ਗੁਰਦੁਆਰਾ ਸਾਹਿਬ ਪਾਠ ਕਰਦਾ ਹੋਵੇ, ਉਸੇ ਨੂੰ ਪਾਠੀ ਗ੍ਰੰਥੀ ਸਿੰਘ ਕਹਿ ਦੇਵਾਂਗੇ। ਕਥਾ ਕਰਦਾ ਹੋਵੇ ਤਾਂ ਕਥਾਵਾਚਕ ਕਥਾਕਾਰ ਕਹਾਂਗੇ। ਕੀਰਤਨ ਕਰਦਾ ਹੋਵੇ ਇਨਸਾਨ ਉਹੀ ਹੈ, ਉਹੀ ਫਿਰ ਕੀਰਤਨੀਆਂ ਕਹਾਵੇਗਾ। ਇਸੇ ਪ੍ਰਕਾਰ ਪ੍ਰਾਣ ਇੱਕੋ ਹੀ ਹੈ, ਪੌਣ ਸਰੀਰ ਦੇ ਵਿੱਚ ਇੱਕੋ ਹੀ ਚੱਲ ਰਹੀ ਹੈ, ਪਰ ਕਿਉਂਕਿ 10 ਜਗ੍ਹਾ ਦੇ ਉੱਤੇ ਵੱਖ-ਵੱਖ ਡਿਊਟੀਆਂ ਨਿਭਾ ਰਹੇ ਹਨ ਪ੍ਰਾਣ, ਇਸ ਕਰਕੇ ਇਹਨਾਂ ਦੀ ਗਿਣਤੀ 10 ਕਹੀ ਗਈ ਹੈ। ਜੋ ਸਾਡੇ ਹਿਰਦੇ ਵਿੱਚ ਵਸਦੇ ਹੈ, ਕੰਠ ਵਿੱਚ ਵਸਦੇ ਹੈ, ਨਾਭੀ ਵਿੱਚ ਵਸਦੇ ਹੈ, ਜਾਂ ਮਲ ਦੁਆਰ ਦੇ ਰਸਤੇ ਵਿੱਚ ਵਸਦੇ ਆ, ਜਿਹਦੇ ਨਾਲ ਸਾਡਾ ਜਿਹੜਾ ਮਲ ਤਿਆਗ ਦੀ ਕਿਰਿਆ ਹੁੰਦੀ ਹੈ। ਸੋ ਇਸੇ ਪ੍ਰਕਾਰ ਨਾਗ ਜਿਹੜੇ ਪ੍ਰਾਣ ਹਨ ਉਹਨਾਂ ਦੇ ਨਾਲ ਡਕਾਰ ਆਉਂਦੇ ਹੈ, ਕਿਰਕਲ ਹੈ, ਦੇਵਦੱਤ ਹੈ, ਧਨੰਜਾ ਹੈ। ਇਸ ਪ੍ਰਕਾਰ ਦੇ 10 ਪ੍ਰਾਣਾਂ ਦਾ ਨਿਰਣਾ ਭਾਈ ਦਇਆ ਸਿੰਘ ਜੀ ਨੇ ਜੋ ਕੀਤਾ ਆਪਾਂ ਕੱਲ੍ਹ ਵਿਸਥਾਰ ਵਿੱਚ ਸੁਣਿਆ ਹੈ। ਉਸ ਤੋਂ ਬਾਅਦ ਈਸ਼ਰ, ਜਿਵੇਂ ਜੀਵ ਦੇ ਇਹ 3 ਸਰੀਰ ਹਨ, ਸੂਖਮ ਸਰੀਰ ਹੈ, ਅਸਥੂਲ ਸਰੀਰ ਹੈ, ਕਾਰਨ ਸਰੀਰ ਹੈ। ਇਸੇ ਪ੍ਰਕਾਰ ਕਹਿੰਦੇ ਈਸ਼ਰ ਦੇ ਵੀ 3 ਸਰੂਪ ਹਨ, 3 ਸਰੀਰ ਹਨ, ਵਿਰਾਟ, ਸੂਤਰ ਅਤੇ ਅਵਿਆਕ੍ਰਿਤ। ਸੋ ਸਮਸ਼ਟੀ ਰੂਪ ਦੇ ਵਿੱਚ ਜਦੋਂ ਦੇਖੀਏ ਤਾਂ ਇਹ ਈਸ਼ਰ ਦੇ ਸਰੀਰ ਹਨ। ਜੀਵਾਂ ਦੇ ਜਿਹੜੇ ਸਾਰੇ ਸੂਖਮ ਸਰੀਰ ਇਕੱਠੇ ਕਰ ਲਏ ਜਾਣ, ਕਾਰਨ ਸਰੀਰ ਇਕੱਠੇ ਕਰ ਲਏ ਜਾਣ, ਸਥੂਲ ਸਰੀਰ ਇਕੱਠੇ ਕਰ ਲਏ ਜਾਣ ਤਾਂ ਉਹ ਈਸ਼ਰ ਦੇ 3 ਸਰੀਰ ਬਣ ਜਾਂਦੇ ਹੈ। ਈਸ਼ਰ ਕਹਿ ਲਓ, ਮਾਇਆ ਕਹਿ ਲਓ, ਅਵਿਦਿਆ ਕਹਿ ਲਓ। ਸੋ ਇੱਕੋ ਹੀ ਹੈ ਜੋ ਤ੍ਰੈ ਗੁਣਾਂ ਦੇ ਸਹਿਤ ਰਜੋਗੁਣ, ਤਮੋਗੁਣ, ਸਤੋਗੁਣ ਦੇ ਸਹਿਤ ਹੈ। ਸੋ ਚੇਤਨ ਦਾ ਆਭਾਸ ਜਿੱਥੇ ਪੈ ਰਿਹਾ ਹੈ, ਪਰ ਅਗਿਆਨਤਾ ਹੈ, ਅਹੰ ਭਾਵ ਜਿੱਥੇ ਬਣਿਆ ਹੋਇਆ ਹੈ। ਸੋ ਇਸ ਪ੍ਰਕਾਰ ਵਿਰਾਟ, ਸੂਤਰ, ਅਵਿਆਕ੍ਰਿਤ ਇਹ ਸਮਸ਼ਟ ਸਰੀਰ ਬਣ ਗਏ ਈਸ਼ਰ ਦੇ ਸਰੀਰ। ਔਰ ਜਿਵੇਂ ਜੀਵ ਦੇ ਜਿਹੜੇ ਹੈ ਅਭਿਮਾਨੀ ਹਨ,
विश्व अभिमानी है, प्राग अभिमानी है, तेजस अभिमानी है। सो इस प्रकार ईश्वर दे ਜਿਹੜੇ ਹਨ ਤਿੰਨ ਇਹ ਜਿਹੜੇ ਅਭਿਮਾਨੀ ਉਹ ਹੈਗੇ ਆ ਈਸ਼ਰ, ਹਿਰਣਗਰਭ ਅਤੇ ਵੈਸ਼ਵਾਨਰ। ਇਹ ਵਿਦੰਤੀਆਂ ਦੀ ਬੋਲੀ ਹੈ। ਸੋ ਇਹ ਆਪਾਂ ਕੱਲ੍ਹ ਵਿਸਥਾਰ ਵਿੱਚ ਸੁਣਿਆ ਹੀ ਸੀ। ਇਸ ਤੋਂ ਅੱਗੇ ਜਿਵੇਂ ਭਾਈ ਦਇਆ ਸਿੰਘ ਜੀ ਗੁਰੂ ਕੀਆਂ ਸੰਗਤਾਂ ਦੇ ਹੋਰ ਸ਼ੰਕਿਆਂ ਨੂੰ ਨਿਵਰਤ ਕਰ ਰਹੇ ਹਨ, ਆਓ ਪਿਆਰ ਨਾਲ ਸਰਵਣ ਕਰੀਏ ਜੀ। ਕਹਿੰਦੇ ਵਿਅਸ਼ਟੀ ਅਤੇ ਸਮਸ਼ਟੀ। ਵਿਅਸ਼ਟ ਕਹਿੰਦੇ ਆ ਵੱਖਰੇ ਵੱਖਰੇ ਜੋ ਜੀਵਾਂ ਦੇ ਸਰੂਪ ਹੈ, ਜੀਵਾਂ ਦੇ ਸਰੀਰ ਹੈ, ਅਤੇ ਸਮਸ਼ਟ ਜੋ ਸਾਰੇ ਜੀਵਾਂ ਦੇ ਸਰੀਰਾਂ ਨੂੰ ਇਕੱਤਰ ਕਰਕੇ ਈਸ਼ਰ ਦੇ ਸਰੀਰ ਬਣਦੇ ਆ। ਸੋ ਇਹ ਵਿਅਸ਼ਟੀਆਂ ਨੂੰ ਅਤੇ ਸਮਸ਼ਟੀਆਂ ਨੂੰ ਸਾਰਿਆਂ ਨੂੰ ਇਕੱਤਰ ਕਰ ਲਿਆ ਜਾਵੇ। ਅਤੇ ਵਿਅਸ਼ਟ ਅਤੇ ਸਮਸ਼ਟ ਜਿਹੜੇ ਹੈ ਇਹ ਵੀ ਅਸਲ ਵਿੱਚ ਬ੍ਰਹਮ ਦਾ ਸਰੂਪ ਤਾਂ ਹਨ, ਪਰ ਇਹ ਭੁਲੇਖੇ ਕਰਕੇ ਨਾਨਾ ਤਵ ਇਹਨਾਂ ਵਿੱਚ ਪ੍ਰਤੀਤ ਹੋ ਰਿਹਾ ਹੈ, ਵੱਖਰੇ ਪ੍ਰਤੀਤ ਹੋ ਰਹੇ ਹਨ। ਵਿਅਸ਼ਟੀ ਅਤੇ ਸਮਸ਼ਟੀ ਜਿਹੜੇ ਹੈ ਅਧਿਆਸ਼ਟ, ਅਧਿਆਸ਼ਟ ਨਾਮ ਹੈ ਕਾਲਪਨਿਕ ਦਾ, ਕਲਪਨਾ ਕਰ ਲਈ ਜਾਵੇ, ਭੁਲੇਵਾਂ ਪਵੇ ਜਿੱਥੇ ਭੁਲੇਖਾ ਪਵੇ। ਲਖੋ ਅਧਿਆਸ਼ਟ ਲਖੋ ਦਵੈ ਜਿਮ ਸਰਪਾਦ ਜੇਵਰੀ ਮਾਹੇ। ਜਿਵੇਂ ਕਹਿੰਦੇ ਸਰਪਾਦ ਸੱਪ ਹੁੰਦਾ ਹੈ ਅਤੇ ਰੱਸੀ ਦੇ ਵਿੱਚ ਭੁਲੇਖਾ ਪੈਂਦਾ ਹੈ। ਰੱਸੀ ਦੇ ਵਿੱਚ ਸੱਪ ਦਾ ਜਿਵੇਂ ਭੁਲੇਖਾ ਪੈਂਦਾ, ਇਸੇ ਤਰ੍ਹਾਂ ਜੀਵਾਂ ਦੇ ਸਰੀਰਾਂ ਦੇ ਵਿੱਚ ਹੈ ਤਾਂ ਇਹ ਜੀਵਾਂ ਦੇ ਸਰੀਰ, ਪਰ ਇਹ ਵੱਖਰੇ ਪ੍ਰਤੀਤ ਹੁੰਦੇ ਹੈ। ਅਸਲ ਵਿੱਚ ਬ੍ਰਹਮ ਚੇਤਨ ਦੀ ਅੰਸ਼ ਹੈ। ਉਹ ਭੁਲੇਖਾ ਕਿਵੇਂ ਪੈਂਦਾ ਹੈ ਉਹ ਅੱਗੇ ਦੱਸਦੇ ਹਨ ਵਿਸਥਾਰ ਵਿੱਚ। ਫਿਰ ਇੱਕ ਉਦਾਹਰਨ ਹੋਰ ਦਿੰਦੇ ਆ, ਕਹਿੰਦੇ ਸੀਪ ਵਿਖੇ ਸਿੱਪੀ ਦੇ ਵਿੱਚ ਜਿਵੇਂ ਕਹਿੰਦੇ ਚਾਂਦੀ ਦਾ ਭੁਲੇਖਾ ਹੁੰਦਾ। ਸਿੱਪੀ ਚਮਕਦੀ ਹੈ ਨਾ ਚਿੱਟੇ ਰੰਗ ਦੀ ਵਿੱਚੋਂ, ਅਤੇ ਉਹ ਸਿੱਪ ਦੇ ਵਿੱਚ ਕਹਿੰਦੇ ਜਿਵੇਂ ਸਿੱਪੀ ਦੇ ਵਿੱਚ ਰੁਪਏ ਦਾ, ਚਾਂਦੀ ਦਾ ਭੁਲੇਖਾ ਪੈਂਦਾ ਹੈ, ਕਲਪਨਾ ਮਾਤਰ। ਇਸੇ ਤਰ੍ਹਾਂ ਬ੍ਰਹਮ ਆਤਮ ਜਿਹੜਾ ਚੇਤਨ ਹੈ ਉਹਦੇ ਵਿੱਚੋਂ ਹੀ ਇਹ ਜੀਵ ਦਾ ਭੁਲੇਖਾ ਪੈ ਰਿਹਾ ਕਿ ਵੱਖਰਾ ਹੈ। ਹਾਂ, ਅਗਿਆਨਤਾ ਕਰਕੇ ਜਿਹੜਾ ਸੰਸਾਰ ਹੈ ਸੋ ਇਹ ਹੈ ਤਾਂ ਜਿਹੜਾ ਇਹ ਸੱਤ ਨਹੀਂ ਹੈ, ਅਸੱਤ ਹੈ, ਪਰ ਕਾਲਪਨਿਕ ਰੂਪ ਦੇ ਵਿੱਚ ਸਾਨੂੰ ਸੱਚਾ ਭਾਸ ਰਿਹਾ। ਅਗਿਆਨ ਕਰ ਕਲਪਤ ਸਭ ਜਗ। ਅਗਿਆਨ ਕਰਕੇ ਸਾਰੇ ਜਗ ਦੀ ਕਲਪਨਾ ਹੁੰਦੀ ਹੈ, ਅਤੇ ਅਗਿਆਨਤਾ ਕਰਕੇ ਸਾਰਾ ਜਗ ਕਲਪ ਰਿਹਾ ਹੈ, ਹਉ ਕਰਲਾਟ ਕਰ ਰਿਹਾ ਹੈ। ਅਧਿਸ਼ਠਾਨ ਆਤਮ ਇੱਕ ਚਾਹੇ। ਅਸਲ ਵਿੱਚ ਕੀ ਹੈ, ਇੱਕ ਤਾਂ ਹੁੰਦਾ ਅਧਿਆਸ਼ਟ ਅਤੇ ਇੱਕ ਹੁੰਦਾ ਅਧਿਅਸ਼ਟਾਨ। ਅਧਿਆਸ਼ਟ ਉਸ ਨੂੰ ਕਹਿੰਦੇ ਹੈ ਜਿਹਨੂੰ ਕਲਪਨਾ ਕਿਹਾ ਜਾਂਦਾ, ਜਿਹਦਾ ਭੁਲੇਖਾ ਪੈਂਦਾ। ਜਿਵੇਂ ਸੱਪ ਦਾ ਭੁਲੇਖਾ ਪੈ ਰਿਹਾ, ਪੈ ਕਾਹਦੇ ਵਿੱਚ ਰਿਹਾ, ਰੱਸੀ ਵਿੱਚ। ਰੱਸੀ ਅਧਿਸ਼ਠਾਨ ਹੈ, ਅਤੇ ਜਿਹੜਾ ਇਹ ਸੱਪ ਹੈ ਇਹ ਅਧਿਆਸ਼ਟ ਹੈ। ਸੋ ਅਧਿਆਸ਼ਟ ਅਤੇ ਅਧਿਸ਼ਠਾਨ ਦੋਵਾਂ ਨੂੰ ਇਉਂ ਸਮਝਣਾ। ਕਹਿੰਦੇ ਇਸੇ ਤਰ੍ਹਾਂ ਅਗਿਆਨਤਾ ਕਰਕੇ ਸੰਸਾਰ ਦਾ ਇਹ ਭੁਲੇਖਾ ਪੈ ਰਿਹਾ ਵੀ ਇਹ ਸੱਤ ਹੈ, ਪਰ ਅਧਿਸ਼ਠਾਨ ਆਤਮ ਇੱਕ ਚਾਹੇ। ਅਸਲ ਸਰੂਪ ਜਿਹੜਾ ਸੱਚ ਸਰੂਪ ਹੈ ਉਹ ਤਾਂ ਇੱਕ ਆਤਮ ਬ੍ਰਹਮ ਹੈ। ਹਾਂ, ਜਦੋਂ ਤੱਕ ਜਾਣਿਆ ਨਹੀਂ ਵੀ ਇਹ ਜੇਵਰੀ ਹੈ, ਰੱਸੀ ਹੈ, ਸੱਚ ਦਾ ਪਤਾ ਨਹੀਂ ਲੱਗਿਆ, ਉਦੋਂ ਤੱਕ ਮਨੁੱਖ ਕਲਪ ਕਲਪ ਕੇ ਦੁੱਖ ਪਾਉਂਦਾ। ਉਦੋਂ ਤੱਕ ਬੜੀ ਕੂਕ ਪੁਕਾਰ ਕਰਦਾ ਵੀ ਸੱਪ ਨੇ ਡੱਸ ਲਿਆ, ਸੱਪ ਆ ਗਿਆ, ਕਿਉਂਕਿ ਭੁਲੇਖਾ ਪੈ ਰਿਹਾ ਨਾ ਰੱਸੀ ਦੇ ਵਿੱਚ। ਸੋ ਇਹ ਵਿਦਾਂਤ ਦੀ ਜਿਹੜੀ ਇਹ ਥੋੜ੍ਹੀ ਜਿਹੀ ਡੂੰਘੀ ਵਿਚਾਰ ਹੈ, ਸੂਖਮ ਬੁੱਧੀ ਕਰਕੇ ਸਮਝਣੀ ਪਵੇਗੀ। ਸੋ ਇਸ ਦਾ ਜ਼ਿਕਰ ਭਗਤ ਰਵਿਦਾਸ ਜੀ ਦੇ ਸ਼ਬਦ ਦੇ ਵਿੱਚ ਵੀ ਆਉਂਦਾ ਹੈ। ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬਕਸ਼ ਮਰਮ ਜਨਾਇਆ। ਕਹਿੰਦੇ ਜਿਵੇਂ ਰਾਜ ਰੱਸੀ ਅਤੇ ਸੱਪ ਦਾ ਜਿਹੜਾ ਪ੍ਰਸੰਗ ਹੈ, ਸੋ ਇਹਦਾ ਜਿਹੜਾ ਕਹਿੰਦੇ ਕੁਝ ਹੁਣ ਮੈਨੂੰ ਭੇਦ ਸਮਝ ਆ ਗਿਆ। ਸੋ ਇਹ ਭੇਦ ਨੂੰ ਕਿਵੇਂ ਸਮਝਣਾ ਹੈ, ਕਹਿੰਦੇ ਜਦੋਂ ਤੱਕ ਇਹ ਨਹੀਂ ਆਪਾਂ ਨੂੰ ਪਤਾ ਲੱਗਦਾ ਵੀ ਅਸਲ ਦੇ ਵਿੱਚ ਇਹ ਰੱਸੀ ਹੈ, ਉਦੋਂ ਤੱਕ ਸੱਪ ਸੱਪ ਕਹਿ ਕੇ ਅਤੇ ਕਲਪ ਕਲਪ ਕੇ ਮਨੁੱਖ ਦੁੱਖ ਪ੍ਰਾਪਤ ਕਰਦਾ ਹੈ।
ਹਾਂ ਫਿਰ ਕਹਿੰਦੇ ਜਿਹੜੇ 25 ਪ੍ਰਕਿਰਤੀਆਂ ਦਾ ਸਰੀਰ ਬਣਿਆ ਹੁੰਦਾ ਹੈ, 25 ਤੱਤਾਂ ਦਾ। ਮੂਲ ਰੂਪ ਦੇ ਵਿੱਚ ਤਾਂ 5 ਤੱਤ ਹੈ, ਹਵਾ, ਧਰਤੀ, ਆਕਾਸ਼, ਪਾਣੀ, ਅਗਨ ਇਤਿਆਦਿਕ। ਸੋ ਪੰਜਾਂ ਤੋਂ ਅੱਗੇ 25 ਤੱਤ ਬਣ ਜਾਂਦੇ ਆ, ਉਹਨੂੰ ਪੰਚੀਕ੍ਰਿਤ ਦੇਹ ਕਿਹਾ ਜਾਂਦਾ ਹੈ। 25 ਪ੍ਰਕਿਰਤੀਆਂ ਕਹਿ ਲਓ ਸਰੀਰ ਦੀਆਂ। ਕਹਿੰਦੇ ਜਿਹੜੇ ਇਹ ਤੱਤ ਹੈ, ਜਿਹੜੇ ਪੰਚੀਕ੍ਰਿਤ ਹੈ, ਤੱਤ ਪੰਚੀਕ੍ਰਿਤ ਪੰਚ ਅਪੰਚੀਕ੍ਰਿਤ ਜਬ ਸਗਰੇ ਲੈਤਾ ਕਹੁ ਪਾਏ। ਜਦੋਂ ਕਹਿੰਦੇ ਇਹ 5 ਤੱਤਾਂ ਤੋਂ ਅੱਗੇ ਬਣੇ ਹੋਏ ਪੰਚੀਕ੍ਰਿਤ ਤੱਤ ਹਨ, ਸੋ ਜਦੋਂ ਇਹ ਅਪੰਚੀਕ੍ਰਿਤ ਦੇ ਵਿੱਚ, ਪੰਚੀਕ੍ਰਿਤ ਹੈ ਜਿਨ੍ਹਾਂ ਨੇ ਸਥੂਲ ਸਰੀਰ ਧਾਰਨ ਕਰ ਲਿਆ 5 ਤੱਤਾਂ ਤੋਂ, ਆਪੰਚੀਕ੍ਰਿਤ ਜਿਨ੍ਹਾਂ ਨੇ ਧਾਰਨ ਨਹੀਂ ਕੀਤਾ। ਸੋ ਕਹਿੰਦੇ ਜਿਹੜੇ ਇਹ ਪੰਚੀਕ੍ਰਿਤ ਤੱਤ ਹੈ, ਸਥੂਲ ਸਰੀਰ ਨੂੰ ਜਿਹੜੇ ਧਾਰਨ ਕਰ ਗਏ ਹੈ, ਜਦੋਂ ਕਦੇ ਸੂਖਮ ਸਰੀਰਾਂ ਦੇ ਵਿੱਚ ਸੋ ਇਹ ਲਯਤਾ ਪ੍ਰਾਪਤ ਕਰ ਲੈਂਦੇ ਆ, ਉਹਦੇ ਵਿੱਚ ਮਿਲ ਜਾਂਦੇ ਹਨ। ਫਿਰ ਕਹਿੰਦੇ ਜਿਹੜੇ ਅਪੰਚੀਕ੍ਰਿਤ ਭੂਤ ਹੈ, ਭੂਤ ਨਾਮ ਹੈ ਤੱਤ ਦਾ। ਜਿਹੜੇ ਅਪੰਚੀਕ੍ਰਿਤ ਤੱਤ ਹੈ, ਜਿਹੜੇ ਸੂਖਮ ਤੱਤ ਹੈ, ਸਥੂਲ ਨਹੀਂ ਬਣੇ, ਸਰੀਰ ਨਹੀਂ ਜਿਨ੍ਹਾਂ ਨੇ ਧਾਰਨ ਕੀਤਾ, ਸੋ ਉਹ ਜਿਹੜੇ ਅਪੰਚੀਕ੍ਰਿਤ ਤੱਤ ਹੈ, ਇਹ ਸਾਰੇ ਜਦੋਂ ਕਹਿੰਦੇ ਅਭਿਆਕ੍ਰਿਤ ਦੇ ਵਿੱਚ ਜਾ ਕੇ ਲੈ ਹੋ ਜਾਂਦੇ ਹਨ, ਮਿਲ ਜਾਂਦੇ ਹਨ। ਅਭਿਆਕ੍ਰਿਤ ਕਹਿ ਲਓ, ਈਸ਼ਰ ਕਹਿ ਲਓ, ਅਗਿਆਨ ਕਹਿ ਲਓ। ਜਦੋਂ ਈਸ਼ਰ ਦੇ ਵਿੱਚ ਇਹ ਜਾ ਕੇ ਮਿਲ ਜਾਂਦੇ ਹਨ, ਜਿਹੜੇ ਇਹ ਸਥੂਲ ਤੱਤ ਹੈ, ਜਦੋਂ ਇਹਨਾਂ ਦੀ ਲੈਤਾ ਹੋ ਜਾਂਦੀ ਹੈ, ਖਾਤਮਾ ਹੋ ਜਾਂਦਾ ਹੈ, ਇਹਨਾਂ ਦਾ ਵਿਨਾਸ਼ ਹੋ ਜਾਂਦਾ ਹੈ, ਉਸ ਨੂੰ ਕਹਿੰਦੇ ਪ੍ਰਕਿਰਤੀ ਪਰਲੋ ਦਾ ਨਾਮ ਦਿੱਤਾ ਜਾਂਦਾ। ਪ੍ਰਕਿਰਤੀ ਪਰਲੋ ਕਿਹਾ ਜਾਂਦਾ ਹੈ। ਦੁਬਾਰਾ ਪੜ੍ਹਿਓ ਜੀ ਪਹਿਲਾਂ ਵਾਲੀ ਪੰਕਤੀ। ਭੂਤ ਸਥੂਲ ਹਾਂ, ਕਹਿੰਦੇ ਜਦੋਂ ਭੂਤ ਸਥੂਲ ਤੱਤ ਹੈ ਜਿਹੜੇ, ਇਹ ਲਯਤਾ ਹੁੰਦੀ ਹੈ, ਇਹਨਾਂ ਦਾ ਖਾਤਮਾ ਹੋ ਜਾਂਦਾ ਹੈ ਜਿਸ ਵੇਲੇ, ਉਸ ਨੂੰ ਕਹਿੰਦੇ ਦਿਨ ਰੈਣ ਦੀ ਪਰਲੋ ਕਿਹਾ ਜਾਂਦਾ ਹੈ। ਪਰਲੋ ਦੇ ਪ੍ਰਕਾਰ ਹੈ ਵੀ ਕਿੰਨੇ ਪ੍ਰਕਾਰ ਦੀ ਹੈ। ਇੱਕ ਤਾਂ ਹੈ ਦਿਨ ਰੈਣ ਪਰਲੋ, ਇੱਕ ਹੈ ਪ੍ਰਕਿਰਤੀ ਪਰਲੋ, ਅਤੇ ਤੀਜੀ ਹੈਗੀ ਗਿਆਨ ਪਰਲੋ। ਇਹ ਕਿਵੇਂ ਕਿਵੇਂ ਹੁੰਦੀ ਹੈ, ਕਿਵੇਂ ਕਿਵੇਂ ਵਿਨਾਸ਼। ਪਰਲੋ ਨਾਮ ਹੈ ਨਾਸ਼ ਹੋਣ ਦਾ। ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੈ ਕਾਲ। ਜੋ ਉਪਜਿਆ ਉਹਨੇ ਇੱਕ ਨਾ ਇੱਕ ਦਿਨ ਖਤਮ ਤਾਂ ਹੋਣਾ ਹੀ ਹੈ। ਜਦੋਂ ਖਤਮ ਹੁੰਦੇ ਆ ਸਾਰੇ ਇਕੱਠੇ ਸਮੱਗਰ ਰੂਪ ਦੇ ਵਿੱਚ, ਉਸ ਨੂੰ ਪਰਲੋ ਕਿਹਾ ਜਾਂਦਾ। ਅਤੇ ਜਿਹੜਾ ਕਹਿੰਦੇ ਸਥੂਲ ਤੱਤਾਂ ਦਾ ਵਿਨਾਸ਼ ਹੋਣਾ, ਲੈ ਹੋਣਾ, ਖਾਤਮਾ ਹੋਣਾ, ਇਹਨੂੰ ਦਿਨ ਰੈਣ ਦੀ ਪਰਲੋ ਕਿਹਾ ਜਾਂਦਾ ਹੈ। ਜਦੋਂ ਤਾਂ ਸਥੂਲ ਤੱਤਾਂ ਦਾ ਖਾਤਮਾ ਹੁੰਦਾ, ਉਹ ਤਾਂ ਹੈ ਦਿਨ ਰੈਣ ਪਰਲੋ। ਅਤੇ ਜਦੋਂ ਸੂਖਮ ਤੱਤਾਂ ਦਾ ਵੀ ਖਾਤਮਾ ਹੋ ਜਾਵੇ, ਉਸ ਨੂੰ ਉਸ ਵੇਲੇ ਪ੍ਰਾਕਿਰਤ ਪਰਲੋ ਕਿਹਾ ਜਾਂਦਾ। ਸਾਰੀ ਪ੍ਰਾਕਿਰਤੀ, ਸਾਰੀ ਕੁਦਰਤ ਦਾ ਜਦੋਂ ਵਿਨਾਸ਼ ਹੋ ਜਾਂਦਾ ਹੈ, ਉਸ ਨੂੰ ਕਹਿੰਦੇ ਪ੍ਰਕਿਰਤੀ ਪਰਲੋ ਕਿਹਾ ਜਾਂਦਾ ਹੈ। ਜਦੋਂ ਕਹਿੰਦੇ ਇੱਕ ਸੱਚ ਚਿੱਤ ਆਨੰਦ ਸਰੂਪ ਜਿਹੜਾ ਬ੍ਰਹਮ ਹੈ, ਉਹਦਾ ਗਿਆਨ ਹੋ ਜਾਏ, ਉਸ ਦਾ ਗਿਆਨ ਹੋਣ ਦੇ ਨਾਲ ਜਦੋਂ ਬਾਕੀ ਸਭ ਕਾਸੇ ਦਾ ਅਭਾਵ ਹੋ ਜਾਏ, ਬਸ ਜੋ ਦਿਸੈ ਸੋ ਬ੍ਰਹਮ ਹੀ ਦਿਖਾਈ ਦੇਵੇ, ਸੋ ਸਭ ਗੋਬਿੰਦ ਹੈ, ਸਭ ਗੋਬਿੰਦ ਹੈ ਵਾਲੀ ਜਿਸ ਵੇਲੇ ਅਵਸਥਾ ਆ ਜਾਵੇ, ਫਿਰ ਕਹਿੰਦੇ ਉੱਥੇ ਹੋਰ ਕੁਝ ਨਹੀਂ ਭਾਸਦਾ, ਉੱਥੇ ਬ੍ਰਹਮ ਬ੍ਰਹਮ ਹੀ ਦਿਖਾਈ ਦਿੰਦਾ। ਜਿਵੇਂ ਕਹਿੰਦੇ ਸਿੱਪ ਦਾ ਅਤੇ ਰੱਜੂ ਦਾ, ਰੱਸੀ ਦਾ ਜਦੋਂ ਗਿਆਨ ਹੋ ਜਾਏ, ਉਸ ਵੇਲੇ ਰੱਸੀ ਵਿੱਚੋਂ ਸੱਪ ਨਹੀਂ ਦਿਖਦਾ, ਅਤੇ ਸਿੱਪ ਦੇ ਵਿੱਚੋਂ ਉਸ ਵੇਲੇ ਚਾਂਦੀ ਨਹੀਂ ਦਿਸਦੀ। ਜਿਸ ਪ੍ਰਕਾਰ ਇਸੇ ਤਰ੍ਹਾਂ ਜਦੋਂ ਅਧਿਸ਼ਠਾਨ ਦਾ, ਅਸਲ ਦਾ, ਸੱਤ ਦਾ ਜਦੋਂ ਗਿਆਨ ਹੋ ਜਾਂਦਾ ਨਾ, ਉਸ ਵੇਲੇ ਨਾਨਾਤਾ ਮਿਟ ਜਾਂਦਾ। ਬਹੁ ਪ੍ਰਕਾਰਾ ਜਿਹੜੀ ਬਿਰਤੀ ਆ ਉਹ ਮਿਟ ਜਾਂਦੀ ਹੈ ਵੀ ਅਸੀਂ ਜੀਵ ਵੱਖਰੇ ਆ, ਈਸ਼ਰ ਵੱਖਰਾ ਹੈ, ਸਾਰੇ ਬ੍ਰਹਮ ਬ੍ਰਹਮ ਹੀ ਦਿਖਾਈ ਦੇਣ ਲੱਗ ਜਾਂਦਾ। ਹੋਏ ਅਭਾਵ ਸਭ ਦਵੈਤ ਬੁਲਾਏ, ਉਸ ਵੇਲੇ ਦਵੈਤ ਦਾ ਅਭਾਵ ਹੋ ਜਾਂਦਾ, ਦਵੈਸ਼ ਨਾਸ਼ ਹੋ ਜਾਂਦੀ ਹੈ।
ਕਹਿੰਦੇ ਜਦੋਂ ਇਸ ਪ੍ਰਕਾਰ ਦੀ ਅਵਸਥਾ ਆ ਜਾਂਦੀ ਹੈ, ਇਸ ਨੂੰ ਕਹਿੰਦੇ ਗਿਆਨ ਪਰਲੋ ਦਾ ਨਾਮ ਦਿੱਤਾ ਜਾਂਦਾ ਹੈ। ਗਿਆਨ ਪਰਲੋ ਕਹਿੰਦੇ ਇਸ ਨੂੰ। ਅਤੇ ਇਹ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਸਤਿਗੁਰੂ ਦੇ ਉਪਦੇਸ਼ ਦੇ ਨਾਲ ਹੀ ਇਸ ਦੀ ਪ੍ਰਾਪਤੀ ਹੁੰਦੀ ਹੈ। ਅੱਗੇ ਉਤਪਤ ਦੱਸਦੇ ਆ ਵੀ ਉਤਪਤੀ ਕੀ ਹੈ, ਪੈਦਾਇਸ਼ ਕੀ ਹੈ। ਆਪਾਂ ਤਾਂ ਪੈਦਾਇਸ਼ ਕਹਿੰਦੇ ਨੇ ਵੀ ਜਦੋਂ ਘਰ ਦੇ ਵਿੱਚ ਬੱਚੇ ਦਾ ਜਨਮ ਹੋ ਗਿਆ, ਆਪਾਂ ਕਹਿੰਦੇ ਵੀ ਉਤਪਤੀ ਹੋਈ ਹੈ, ਬੱਚੇ ਦੀ ਪੈਦਾਇਸ਼ ਹੋਈ ਹੈ। ਜਾਂ ਫਸਲ ਬੀਜਦੇ ਆ, ਉਹ ਧਰਤੀ ਵਿੱਚੋਂ ਜਦੋਂ ਉੱਗ ਪੈਂਦੀ ਆ, ਆਪਾਂ ਕਹਿੰਦੇ ਫਸਲ ਦੀ ਪੈਦਾਵਾਰ ਹੋਈ ਹੈ, ਪੈਦਾਇਸ਼ ਹੋਈ ਹੈ, ਉਤਪਤੀ ਹੋਈ ਹੈ। ਪਰ ਵਿਦਾਂਤ ਵਾਲੇ ਇਹਨੂੰ ਹੋਰ ਅਰਥਾਂ ਵਿੱਚ ਲੈਂਦੇ ਆ। ਉਹ ਵਿਦਾਂਤੀ ਕੀ ਕਹਿੰਦੇ ਆ, ਭਾਈ ਦਇਆ ਸਿੰਘ ਜੀ ਸੰਗਤਾਂ ਨੂੰ ਦੱਸ ਰਿਹਾ ਵੀ ਉਤਪਤੀ ਕੀ ਹੈ। ਕਹਿੰਦੇ ਭੂਤ ਅਪੰਚੀਕ੍ਰਿਤ ਜੁਤ ਕਾਰਜ ਪੰਚੀਕ੍ਰਿਤ ਸਕਾਰਜ ਹੋਏ। ਜਿਹੜੇ ਕਹਿੰਦੇ ਅਪੰਚੀਕ੍ਰਿਤ ਤੱਤ ਹੈ, ਸੂਖਮ ਤੱਤ ਹੈ, ਜਦੋਂ ਕਾਰਜ ਦੇ ਸਹਿਤ ਅਤੇ ਪੰਚੀਕ੍ਰਿਤ ਸਕਾਰਜ ਹੋਏ। ਪੰਚੀਕ੍ਰਿਤ ਦੇ ਵਿੱਚ ਮਿਲ ਜਾਂਦੇ ਆ, ਇਹ ਸਥੂਲ ਤੱਤਾਂ ਦੇ ਵਿੱਚ ਸਥੂਲ ਦੇ ਨਾਲ ਆ ਕੇ ਮਿਲ ਜਾਂਦੇ ਆ, ਅਤੇ ਸਕਾਰਜ ਹੋਏ ਕੰਮ ਕਰਨ ਵਾਲੇ ਹੋ ਜਾਂਦੇ ਹਨ। ਸੋ ਕਹਿੰਦੇ ਇਹਨਾਂ ਦਾ ਉਪਜਣਾ ਆਦਿ ਪੁਰਖ ਤੋਂ, ਇੱਕ ਬ੍ਰਹਮ ਤੋਂ ਇਹਨਾਂ ਦਾ ਪੈਦਾ ਹੋਣਾ, ਉਸ ਦਾ ਨਾਮ ਉਤਪਤੀ ਕਿਹਾ ਜਾਂਦਾ ਹੈ। ਸੋ ਇੱਥੇ ਸੰਖੇਪ ਦੇ ਵਿੱਚ ਕਹਿ ਦਿੱਤਾ ਹੈ। ਸੋ ਅਸਲ ਦੇ ਵਿੱਚ ਕੀ ਹੁੰਦਾ ਹੈ ਵੀ ਜਿਹੜੀ ਉਤਪਤੀ ਜਾਂ ਪੈਦਾਇਸ਼ ਕੀ ਹੈ, ਆਦਿ ਪੁਰਖ ਤੋਂ ਪ੍ਰਕਿਰਤੀ ਪੈਦਾ ਹੁੰਦੀ ਹੈ, ਪ੍ਰਕਿਰਤੀ ਤੋਂ ਮਹਿ ਤੱਤਵ ਪੈਦਾ ਹੁੰਦਾ ਹੈ, ਮਹਿ ਤੱਤਵ ਤੋਂ ਤ੍ਰਿਧਾ ਹੰਕਾਰ ਅਤੇ ਅੱਗੇ ਸ੍ਰਿਸ਼ਟੀ ਦੀ ਪੈਦਾਇਸ਼ ਹੁੰਦੀ ਹੈ। ਸੋ ਇਹ ਵਿਦਾਂਤ ਅਨੁਸਾਰ ਉਤਪਤੀ ਇਸ ਨੂੰ ਕਿਹਾ ਜਾਂਦਾ ਹੈ। ਸੋ ਕਹਿੰਦੇ ਜਦੋਂ ਇੱਕ ਅਕਾਲ ਪੁਰਖ ਤੋਂ ਆਦਿ ਪੁਰਖ ਤੋਂ ਇਹ ਪੈਦਾਇਸ਼ ਹੁੰਦੀ ਹੈ, ਉਸ ਨੂੰ ਉਤਪਤੀ ਜਾਣੀਏ। ਫਿਰ ਕਹਿੰਦੇ ਸਥਿਤੀ ਕੀ ਹੈ, ਟਿਕਾਓ ਕੀ ਹੈ। ਸਥਿਤੀ ਦੀ ਉਦਾਹਰਨ ਦਿੰਦੇ ਆ। ਕਹਿੰਦੇ ਉਪਜ ਪ੍ਰਪੰਚ ਥਿਰੈ ਵਿਦ ਬੈ ਲਗ, ਇਸ ਕੋ ਨਾਮ ਸਥਿਤ ਤੂ ਜਾਏ। ਕਹਿੰਦੇ ਜਿਹੜਾ ਪ੍ਰਪੰਚ ਹੈ, ਸੰਸਾਰ ਹੈ, ਜਦੋਂ ਇਹ ਪਰਮਾਤਮਾ ਤੋਂ ਉਪਜਿਆ ਅਤੇ ਬ੍ਰਹਮਾ ਦੀ ਉਮਰ ਤੱਕ ਜਦੋਂ ਇਹ ਟਿਕਿਆ ਰਹਿੰਦਾ ਹੈ, ਇਸ ਨੂੰ ਸਥਿਤੀ ਕਹਿੰਦੇ ਹੈ। ਬ੍ਰਹਮਾ ਦੀ ਉਮਰ 100 ਸਾਲ ਮੰਨੀ ਗਈ ਹੈ, ਅਤੇ ਉਹ 100 ਸਾਲ ਕਿਹੜੇ ਹੈ, ਉਹ ਜਿਹੜੇ ਆਪਣੇ 100 ਸਾਲ ਹੈ, ਇਸ ਤਰ੍ਹਾਂ ਦੇ 100 ਸਾਲ ਨਹੀਂ। 4 ਯੁੱਗ ਆ ਨਾ, ਸਤਯੁਗ, ਤ੍ਰੇਤਾ, ਦੁਆਪਰ, ਭਣੀਐ, ਕਲਯੁਗ, ਊਤਮੋ ਯੁੱਗਾਂ ਮਾਹੇ। 4 ਯੁੱਗ ਹਨ। ਸਤਯੁਗ ਹੈ, ਤ੍ਰੇਤਾ ਹੈ, ਦੁਆਪਰ ਹੈ ਅਤੇ ਕਲਯੁਗ ਹੈ। ਜਿਹਦੇ ਵਿੱਚੋਂ ਸਤਯੁਗ ਦੀ ਜਿਹੜੀ ਉਮਰ ਹੈ 17 ਲੱਖ ਅਤੇ 28 ਹਜ਼ਾਰ ਵਰ੍ਹਾ ਧਰਮ ਗ੍ਰੰਥਾਂ ਨੇ ਮੰਨੀ ਹੈ। ਸਤਯੁਗ ਦੀ ਉਮਰ, ਸਤਯੁਗ ਦੀ ਆਯੂ 17 ਲੱਖ 28 ਹਜ਼ਾਰ ਵਰ੍ਹਾ। ਇਸੇ ਤਰ੍ਹਾਂ ਤ੍ਰੇਤੇ ਦੀ 12 ਲੱਖ 96 ਹਜ਼ਾਰ ਸਾਲ ਉਮਰ ਮੰਨੀ ਹੈ, ਅਤੇ ਇਸੇ ਤਰ੍ਹਾਂ ਦੁਆਪਰ ਦੀ 8 ਲੱਖ 64 ਹਜ਼ਾਰ ਅਤੇ ਕਲਯੁਗ ਦੀ 4 ਲੱਖ 32 ਹਜ਼ਾਰ ਸਾਲ ਉਮਰ ਮੰਨੀ ਹੈ। ਜਦੋਂ ਇਹਨਾਂ ਚਾਰੇ ਯੁੱਗਾਂ ਦੀ ਉਮਰ ਦਾ ਜੋੜ ਕਰੀਏ ਤਾਂ ਗੁਰਮੁਖ ਪਿਆਰਿਓ 43 ਲੱਖ ਅਤੇ 20 ਹਜ਼ਾਰ ਸਾਲ ਬਣ ਜਾਂਦੇ ਆ। ਸੋ ਚਾਰੇ ਯੁੱਗਾਂ ਦੀ ਉਮਰ ਨੂੰ ਮਿਲਾ ਕੇ ਇਹਨੂੰ ਕਹਿੰਦੇ ਆ 4 ਯੁੱਗਾਂ ਦੀ ਇੱਕ ਚੌਂਕੜੀ ਬਣ ਜਾਂਦੀ ਹੈ। 4 ਯੁੱਗਾਂ ਦੀ 4 ਯੁੱਗਾਂ ਦੀ ਚੌਂਕੜੀ 1000 ਵਾਰ ਜਦੋਂ ਬਤੀਤ ਹੋ ਜਾਂਦੀ ਹੈ। 4 ਯੁੱਗ ਲੰਘੇ, ਫਿਰ 4 ਯੁੱਗ ਆਏ, ਫਿਰ 4 ਯੁੱਗ ਲੰਘੇ, ਫਿਰ 4 ਆਏ। ਸਤਯੁਗ ਤੋਂ ਆਰੰਭ ਹੋਏ, ਸਤਯੁਗ ਆਇਆ, ਤ੍ਰੇਤਾ ਆਇਆ, ਦੁਆਪਰ ਆਇਆ, ਕਲਯੁਗ ਆਇਆ, ਫਿਰ ਸਤਯੁਗ ਆ ਗਿਆ, ਫਿਰ ਤ੍ਰੇਤਾ, ਦੁਆਪਰ, ਕਲਯੁਗ। ਜਦੋਂ ਇਹ ਦੌਰ ਚੱਲਦਾ 1000 ਵਾਰ ਬੀਤ ਜਾਵੇ, ਮਤਲਬ 1000 ਚੌਂਕੜੀਆਂ 4 ਯੁੱਗਾਂ ਦੀਆਂ ਜਦੋਂ ਬਤੀਤ ਹੋ ਜਾਣ ਤਾਂ ਗੁਰਮੁਖ ਪਿਆਰਿਓ ਇਹਦਾ ਹਿਸਾਬ ਕਿਤਾਬ ਜਿਹੜਾ ਵਿਦਵਾਨਾਂ ਨੇ ਲਾਇਆ ਉਹ ਬਣਦਾ 31 ਖਰਬ 10 ਅਰਬ ਅਤੇ 40 ਕਰੋੜ ਸਾਲ। 31 ਖਰਬ 10 ਅਰਬ ਅਤੇ 40 ਕਰੋੜ ਸਾਲ ਜਦੋਂ ਇੰਨਾ ਸਮਾਂ ਬਤੀਤ ਹੋ ਜਾਵੇ, ਉਸ ਵੇਲੇ ਬ੍ਰਹਮਾ ਦਾ ਇੱਕ ਦਿਨ ਬਣਦਾ ਹੈ। ਉਸ ਵੇਲੇ ਤੱਕ ਕਹਿੰਦੇ ਸੰਸਾਰ ਜਿਹੜਾ ਇੱਕ ਵਾਰੀ ਬਣ ਕੇ ਮਿਟ ਜਾਂਦਾ ਹੈ। ਇੱਕ ਵਾਰੀ ਬਣ ਕੇ ਸੰਸਾਰ ਮਿਟ ਜਾਂਦਾ ਹੈ, ਕਿਉਂਕਿ ਜਦੋਂ ਦਿਨ ਚੜ੍ਹਦਾ ਉਦੋਂ ਬ੍ਰਹਮਾ ਪੈਦਾ ਕਰ ਦਿੰਦਾ,
ਜਦੋਂ ਉਹਦੀ ਰਾਤ ਹੁੰਦੀ ਹੈ ਉਦੋਂ ਖ਼ਤਮ ਕਰ ਦਿੰਦਾ ਹੈ। ਅਤੇ ਉਹਦਾ ਦਿਨ ਦਾ ਸਮਾਂ ਜਿਹੜਾ ਤੁਹਾਨੂੰ ਦੱਸ ਦਿੱਤਾ ਵੀ ਇੰਨਾ ਸਮਾਂ ਹੁੰਦਾ, ਜਦੋਂ 4 ਯੁੱਗਾਂ ਦੀਆਂ ਚੌਂਕੜੀਆਂ 1000 ਵਾਰ ਬਤੀਤ ਹੋ ਜਾਣ, 31 ਖਰਬ 10 ਅਰਬ ਅਤੇ 40 ਕਰੋੜ ਸਾਲ ਜਦੋਂ ਬਤੀਤ ਹੋ ਜਾਂਦਾ, ਉਦੋਂ ਬ੍ਰਹਮਾ ਦਾ ਇੱਕ ਦਿਨ ਹੈ ਅਤੇ ਇੰਨੇ ਦੀ ਉਹਦੀ ਰਾਤ ਹੁੰਦੀ ਹੈ। ਇੰਨਾ ਟਾਈਮ ਫਿਰ ਸ਼ੂਨਿਆ ਰਹਿੰਦਾ, ਅੰਧਾ ਧੁੰਦ ਰਹਿੰਦਾ, ਸਭ ਕੁਝ ਖਤਮ ਹੋਇਆ ਰਹਿੰਦਾ। ਫਿਰ ਜਦੋਂ ਉਹ ਜਾਗਦਾ ਫਿਰ ਸ੍ਰਿਸ਼ਟੀ ਉਤਪਤ ਕਰ ਲੈਂਦਾ, ਪੈਦਾ ਕਰ ਲੈਂਦਾ। ਜਦੋਂ ਤੱਕ ਉਹਦਾ ਦਿਨ ਚੜ੍ਹਨ ਤੋਂ ਲੈ ਕੇ ਰਾਤ ਹੁੰਦੀ ਹੈ ਉਦੋਂ ਤੱਕ ਦਾ ਸਮਾਂ ਜਿਹੜਾ ਇਹਨੂੰ ਸਥਿਤੀ ਕਹਿੰਦੇ ਆ। ਔਰ ਬ੍ਰਹਮਾ ਦੇ ਇੱਕ ਦਿਨ ਦੇ ਵਿੱਚ ਧਰਮ ਗ੍ਰੰਥ ਕਹਿੰਦੇ ਆ ਵੀ 14 ਇੰਦਰ ਰਾਜ ਭੋਗ ਕੇ ਖਤਮ ਹੋ ਜਾਂਦੇ ਆ। ਐਡਾ ਵੱਡਾ ਬ੍ਰਹਮਾ ਦਾ ਇੱਕ ਦਿਨ ਹੈ। ਸੋ ਉਸ ਤੋਂ ਬਾਅਦ ਕਹਿੰਦੇ ਜਦੋਂ ਉਹਦਾ ਦਿਨ ਬਤੀਤ ਹੋ ਜਾਂਦਾ ਹੈ ਤਾਂ ਉਸ ਵੇਲੇ ਕਹਿੰਦੇ ਇਸ ਨੂੰ ਉਪਜ ਪ੍ਰਪੰਚ ਥਿਰੈ ਵਿਦ ਬੈ ਲਗ ਇਸ ਕੋ ਨਾਮ ਸਥਿਤ ਤੂ ਜੋਏ। ਜਦੋਂ ਕਹਿੰਦੇ ਜਿਹੜਾ ਪ੍ਰਪੰਚ ਸੰਸਾਰ ਹੈ ਇਹ ਉਪਜਿਆ ਹੋਇਆ ਹੈ, ਸਥਿਰ ਰਹਿੰਦਾ ਹੈ ਬ੍ਰਹਮਾ ਦੀ ਉਮਰ ਤੱਕ, ਇਸ ਕੋ ਨਾਮ ਸਥਿਤ ਤੂ ਜੋਏ। ਇਸ ਨੂੰ ਕਹਿੰਦੇ ਸਥਿਤੀ ਕਹਿੰਦੇ ਆ ਵੀ ਜਦੋਂ ਤੱਕ ਬ੍ਰਹਮਾ ਦੀ ਉਮਰ ਹੁੰਦੀ ਹੈ। ਬ੍ਰਹਮਾ ਦੀ ਉਮਰ ਕਿੰਨੀ ਹੈ? 100 ਸਾਲ। ਇੱਕ ਦਿਨ ਆਪਾਂ ਪਹਿਲਾਂ ਜਾਣ ਲਿਆ ਵੀ ਕਿੰਨਾ ਹੈ, ਉਮਰ ਹੈ 100 ਸਾਲ। ਅਤੇ ਬ੍ਰਹਮਾ ਦਾ ਜਿਹੜਾ ਸਾਲ ਹੈ ਉਹ 360 ਦਿਨਾਂ ਦਾ ਹੁੰਦਾ ਹੈ। ਅਤੇ ਇੱਕ ਦਿਨ ਜਿਹੜਾ ਉਹ 31 ਜਿਹੜਾ ਆਪਾਂ ਦੱਸਿਆ ਵੀ 31 ਖਰਬ 10 ਅਰਬ ਅਤੇ 40 ਕਰੋੜ ਇੱਕ ਦਿਨ ਹੈ। ਅਤੇ 360 ਦਿਨ ਇਸ ਤਰ੍ਹਾਂ ਦੇ ਗਿਣ ਲਓ। ਬ੍ਰਹਮਾ ਦਾ ਇੱਕ ਸਾਲ ਹੁੰਦਾ ਅਤੇ ਪੂਰੇ 100 ਸਾਲ ਬ੍ਰਹਮਾ ਦੀ ਉਮਰ ਹੈ। ਸੋ ਇੰਨੇ ਸਮੇਂ ਦੇ ਵਿੱਚ ਜਿਹੜੀ ਸ੍ਰਿਸ਼ਟੀ ਟਿਕੀ ਰਹਿੰਦੀ ਹੈ, ਇਸ ਦਾ ਨਾਮ ਸਥਿਤੀ ਹੈ। ਸਥਿਤ ਅਵਾਂਤਰ ਭੇਦ ਜੋ ਵਿਦ ਨਿਸ ਦਿਨ ਵਿਦ ਪਰਲੈ ਕਹਿ ਸਭ ਕੋਈ। ਫਿਰ ਕਹਿੰਦੇ ਇਸ ਸਥਿਤੀ ਦਾ ਕਹਿੰਦੇ ਇੱਕ ਅਵਾਂਤਰ ਭੇਦ ਵੀ ਹੈ। ਸੋ ਕਹਿੰਦੇ ਬ੍ਰਹਮਾ ਦਾ ਜਿਹੜਾ ਦਿਨ ਰਾਤ ਹੈ, ਜਿਹੜਾ ਆਪਾਂ ਹੁਣੇ ਵਿਚਾਰਿਆ ਨਾ ਵੀ ਦਿਨ ਨੂੰ ਇੰਨਾ ਸਮਾਂ ਹੁੰਦਾ, ਰਾਤ ਦਾ ਇੰਨਾ ਸਮਾਂ ਹੁੰਦਾ, ਕਹਿੰਦੇ ਜਦੋਂ ਇਹ ਪਰਲੋ ਹੁੰਦੀ ਹੈ ਸੋ ਉਸ ਨੂੰ ਕਹਿੰਦੇ ਵਿਦ ਪਰਲੋ ਕਿਹਾ ਜਾਂਦਾ ਹੈ। ਫਿਰ ਕਹਿੰਦੇ ਜਦੋਂ ਬ੍ਰਹਮਾ ਦੀ ਆਯੂ ਪੂਰੀ ਹੋ ਜਾਂਦੀ ਆ, ਉਮਰ ਪੂਰੀ ਹੋ ਜਾਂਦੀ ਹੈ, ਦੂਜੇ ਪ੍ਰਕਾਰ ਦੀ ਪਰਲੋ ਕਹਿੰਦੇ ਉਸ ਨੂੰ ਜਾਣ ਲਓ ਜਦੋਂ ਸਭ ਕੁਝ ਨਾਸ਼ ਹੋ ਜਾਂਦਾ ਹੈ। ਜਿਹਦੇ ਵਿੱਚ ਉਤਪਤੀ ਨਹੀਂ ਹੈ, ਸਥਿਤੀ ਨਹੀਂ ਹੈ, ਪਰਲੇ ਨਹੀਂ ਹੈ। ਸੋ ਤੀਜੇ ਪ੍ਰਕਾਰ ਦਾ ਜਿਹੜਾ ਤ੍ਰਿਤੀ ਹੋਤ ਹੈ ਪਰਲੈ ਗਿਆਨ, ਉਸ ਨੂੰ ਪਰਲੈ ਗਿਆਨ ਕਹਿੰਦੇ ਹਨ। ਹਾਂ, ਗਿਆਨ ਪਰਲੋ ਜਿਸ ਵੇਲੇ ਹੁੰਦੀ ਹੈ ਫਿਰ ਕਹਿੰਦੇ ਮੁਕਤ ਕਾਲ ਅਦਵੈਤ ਅਖੰਡ ਇੱਕ। ਉਸ ਵੇਲੇ ਕਹਿੰਦੇ ਮੁਕਤੀ ਦਾ ਕਾਲ ਹੁੰਦਾ, ਮੁਕਤੀ ਦਾ ਕਾਲ। ਹੁਣ ਮੁਕਤੀ ਦਾ ਕਾਲ ਜਾਂ ਮੁਕਤੀ ਦਾ ਸਮਾਂ ਕਿਹੜਾ ਹੁੰਦਾ ਦੱਸਦੇ ਹੈ, ਕਹਿੰਦੇ ਮੁਕਤ ਕਾਲ ਅਦਵੈਤ ਅਖੰਡ ਇੱਕ। ਜਦੋਂ ਕਹਿੰਦੇ ਇਹ ਜਾਣ ਲਿਆ ਕਿ ਉਹ ਬ੍ਰਹਮ ਅਦਵੈਤ ਹੈ, ਉਹਦੇ ਵਿੱਚ ਦੂਜਾਪਣ ਨਹੀਂ ਹੈ, ਉਹ ਅਦੁੱਤੀ ਹੈ ਔਰ ਅਖੰਡ ਹੈ, ਉਹ ਖੰਡ ਨਹੀਂ ਕੀਤਾ ਜਾ ਸਕਦਾ, ਟੁਕੜੇ ਨਹੀਂ ਹੋ ਸਕਦੇ, ਉਹ ਇੱਕੋ ਹੀ ਹੈ। ਜਦੋਂ ਇਹ ਜਾਣ ਲਿਆ ਬ੍ਰਹਮ ਇੱਕ ਹੈ, ਉਹਦੇ ਵਰਗਾ ਹੋਰ ਕੋਈ ਦੂਸਰਾ ਨਹੀਂ ਹੈ, ਐਸਾ ਰੂਪ ਜਦੋਂ ਪਛਾਣ ਲਿਆ ਉਹਨੂੰ ਮੁਕਤੀ ਦਾ ਕਾਲ ਕਿਹਾ ਜਾਂਦਾ ਹੈ। ਪਰ ਜਦੋਂ ਤੱਕ ਕਹਿੰਦੇ ਬ੍ਰਹਮ ਵਿਦਿਆ ਦਾ, ਬ੍ਰਹਮ ਗਿਆਨ ਦਾ ਜਿਹੜਾ ਇਹ ਪੈਦਾਇਸ਼ ਨਹੀਂ ਹੁੰਦੀ, ਬ੍ਰਹਮ ਗਿਆਨ ਉਪਜਦਾ ਨਹੀਂ ਹੈ, ਸੋ ਉਸ ਵੇਲੇ ਤੱਕ ਕਹਿੰਦੇ ਇਹ ਜਿਹੜੀ ਅਵਿਦਿਆ ਨਾ ਉਹ ਕਾਲ ਦੇ ਅਧੀਨ ਅਤੇ ਅਖੰਡ ਲੱਗਦੀ ਹੈ। ਉਦੋਂ ਤੱਕ ਤਾਂ ਅਵਿਦਿਆ ਨੂੰ ਹੀ, ਮਾਇਆ ਨੂੰ ਸਭ ਕੁਝ ਸਮਝਦਾ ਹੈ ਵੀ ਇਹ ਸਦਾ ਰਹਿਣ ਵਾਲੀ ਹੈ, ਇਹੀ ਸਮੇਂ ਅਨੁਸਾਰ ਹੈ ਔਰ ਇਹੀ ਅਖੰਡ ਹੈ, ਪਰ ਅਸਲ ਵਿੱਚ ਅਖੰਡ ਬ੍ਰਹਮ ਹੈ। ਜਦੋਂ ਇਸ ਤਰ੍ਹਾਂ ਦਾ ਜਾਣਦਾ ਹੈ ਸੋ ਉਦੋਂ ਤੱਕ ਕਹਿੰਦੇ ਇਹ ਜਿਹੜੀ ਅਵਿਦਿਆ ਹੀ ਸਭ ਕੁਝ ਲੱਗਦੀ ਹੈ। ਸੋ ਕਹਿੰਦੇ ਜਿਹੜੇ 3 ਪ੍ਰਕਾਰ ਦੇ ਕਰਮ ਹੈ, ਇੱਕ ਹੈਗੇ ਸੰਚਿਤ ਕਰਮ, ਇੱਕ ਹੈਗੇ ਪ੍ਰਾਰਬਧ ਕਰਮ ਅਤੇ ਤੀਜੇ ਹੈਗੇ ਕਿਰਿਆਮਾਨ ਕਰਮ। ਇਹ ਆਪਾਂ ਪਿੱਛੇ ਜਦੋਂ ਕਰਮਾਂ ਵਾਲਾ ਅਧਿਆਇ ਪੜ੍ਹਿਆ ਸੀ ਬਹੁਤ ਵਿਸਥਾਰ ਦੇ ਵਿੱਚ ਜਾਣਿਆ ਸੀ। ਸੰਖੇਪ ਮੈਂ ਕਹਿ ਦੇਵਾਂ, ਸੰਚਿਤ ਕਰਮ ਉਹ ਹੈ
ਜਿਹੜੇ ਸਾਡੇ ਜਨਮਾਂ ਜਨਮਾਂਤਰਾਂ ਦੇ ਕਿਰੇਮਾਨ ਕਰਮ ਇਕੱਤਰ ਹੋਏ ਆ। ਕਿਰੇਮਾਨ ਕਰਮ ਕੀ ਹੈ? ਜਿਹੜੀ ਕਿਰਿਆ ਆਪਾਂ ਨਿੱਤਾ ਪ੍ਰਤੀ ਕਰਦੇ ਹਾਂ ਉਹ ਸਾਡੇ ਕਰਮ ਬਣਦੇ ਆ। ਉਹ ਚੰਗੀ ਕਰ ਲਓ ਚਾਹੇ ਮਾੜੀ ਕਰ ਲਓ, ਕਿਰਿਆ ਕੀ ਹੈ? ਕਰਮ ਹੈ ਨਾ, ਕੰਮ ਆ। ਮੰਨ ਲਓ ਦਿਨ ਵਿੱਚ 5-7 ਕਿਰਿਆਵਾਂ ਆਪਾਂ ਕੀਤੀਆਂ, 5-7 ਕੰਮ ਕੀਤੇ, ਉਹ ਸਾਡੇ 5-7 ਕਰਮ ਬਣ ਗਏ। ਉਸ ਵੇਲੇ ਤੱਕ ਤਾਂ ਹੈ ਜਦੋਂ ਆਪਾਂ ਉਹਨੂੰ ਕਰਦੇ ਹਾਂ ਇਹ ਕਿਰੇਮਾਨ। ਜਦੋਂ ਇਹ ਕਿਰੇਮਾਨ ਇਕੱਠੇ ਹੁੰਦੇ ਰਹਿੰਦੇ ਆ, ਇਕੱਠੇ ਹੁੰਦੇ ਰਹਿੰਦੇ ਆ, ਇਹਨਾਂ ਦਾ ਸੰਚਨ ਹੋ ਜਾਂਦਾ, ਉਸ ਵੇਲੇ ਸੰਚਿਤ ਕਰਮ ਕਹਾਉਂਦੇ ਆ ਇਹ। ਫਿਰ ਇਹ ਸੰਚਿਤ ਕਰਮ ਜਦੋਂ ਫਲੀਭੂਤ ਹੁੰਦੇ ਆ ਉਸ ਵੇਲੇ ਇਹ ਪ੍ਰਾਰਬਧ ਕਿਹਾ ਜਾਂਦਾ। ਪ੍ਰਾਰਬਧ ਕਹਿ ਲਓ, ਕਿਸਮਤ ਕਹਿ ਲਓ, ਜਾਂ ਲੇਖ ਕਹਿ ਦਿੰਦੇ ਆ ਵੀ ਸਾਡੇ ਲੇਖ ਇਹੋ ਜਿਹੇ ਆ, ਸਾਡੀ ਕਿਸਮਤ, ਸਾਡੀ ਪ੍ਰਾਰਬਧ ਬਣ ਗਈ। ਸੋ ਇਹ 3 ਪ੍ਰਕਾਰ ਦੇ ਕਰਮ ਹੈ, ਕਿਰੇਮਾਨ, ਸੰਚਿਤ ਅਤੇ ਪ੍ਰਾਰਬਧ। ਜਿਹੜੇ ਇਹ ਤਿੰਨੇ ਕਰਮ ਹੈ ਕਹਿੰਦੇ ਉਦੋਂ ਤੱਕ ਰਹਿੰਦੇ ਹੈ ਜਾਵਤ ਨਹਿ ਗਿਆਨ, ਜਦੋਂ ਤੱਕ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਜਦੋਂ ਗਿਆਨ ਪ੍ਰਾਪਤ ਹੋ ਗਿਆ ਫਿਰ ਗਿਆਨ ਭਇਆ ਤਾਂ ਕਰਮ ਹੈ ਨਾਸ, ਉੱਥੇ ਕਰਮਾਂ ਦਾ ਨਾਸ਼ ਹੋ ਜਾਂਦਾ, ਕਰਮ ਖਤਮ ਹੋ ਜਾਂਦੇ ਆ। ਬ੍ਰਹਮ ਗਿਆਨੀਆਂ ਦੇ ਕਰਮ ਨਹੀਂ ਬਣਦੇ। ਜਿਹਨੂੰ ਬ੍ਰਹਮ ਗਿਆਨ ਹੋ ਗਿਆ ਨਾ, ਉਹ ਕਰਮ ਜਿੰਨੇ ਮਰਜ਼ੀ ਕਰੀ ਜਾਵੇ ਉਹ ਫਲੀਭੂਤ ਨਹੀਂ ਹੁੰਦੇ, ਉਹਨੂੰ ਉਹਦਾ ਚੰਗਾ ਜਾਂ ਮਾੜਾ ਫਲ ਨਹੀਂ ਮਿਲਦਾ। ਬ੍ਰਹਮ ਗਿਆਨੀ ਜੇ ਜਾਣੇ ਅਣਜਾਣੇ ਕੋਈ ਮਾੜਾ ਕਰਮ ਹੋ ਜਾਏ, ਪਾਪ ਕਰਮ ਹੋ ਜਾਏ, ਅਤੇ ਉਹ ਪਾਪ ਕਰਮ ਦਾ ਕਰਮ ਤਾਂ ਫਲੀਭੂਤ ਹੁੰਦੇ ਆ, ਪਰ ਉਹ ਜਾਂਦੇ ਕਿੱਧਰ ਹੈ? ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਜਿਹੜੇ ਕੋਈ ਨਿੰਦਿਆ ਕਰਦੇ ਆ, ਜਿਹੜੇ ਉਹਨਾਂ ਦਾ ਵੈਰ ਵਿਰੋਧ ਕਰਦੇ ਆ, ਜਿਹੜੇ ਉਹਨਾਂ ਨੂੰ ਮਾੜਾ ਬੋਲਦੇ ਆ, ਫਿਰ ਬ੍ਰਹਮ ਗਿਆਨੀ ਦੇ ਕੀਤੇ ਹੋਏ ਮਾੜੇ ਕਰਮਾਂ ਦਾ ਫਲ ਉਹਨਾਂ ਨੂੰ ਮਿਲਦਾ। ਅਤੇ ਚੰਗੇ ਕਰਮ ਹੁੰਦੇ ਆ ਜਿਹੜੇ, ਚੰਗੇ ਕਰਮਾਂ ਦਾ ਫਲ ਉਹਨਾਂ ਨੂੰ ਹੁੰਦਾ ਜਿਹੜੇ ਬ੍ਰਹਮ ਗਿਆਨੀ ਦੀ ਉਸਤਤ ਕਰਦੇ ਆ, ਉਹਦੀ ਮਹਿਮਾ ਕਹਿੰਦੇ ਆ, ਔਰ ਬ੍ਰਹਮ ਗਿਆਨੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਆ। ਕੋਈ ਬਸਤਰ ਧੋਂਦਾ ਹੈ, ਕੋਈ ਉਹਦੇ ਕੋਈ ਭੋਜਨ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰਦਾ ਹੈ, ਕੋਈ ਬਰਤਨ ਸਾਫ਼ ਕਰਨ ਦੀ ਸੇਵਾ ਕਰਦਾ, ਝਾੜੂ ਪੋਚੇ ਦੀ। ਸੋ ਉਹਦੇ ਜਿਹੜੇ ਸ਼ੁਭ ਕਰਮ ਆ ਬ੍ਰਹਮ ਗਿਆਨੀ ਦੇ, ਸੋ ਉਹ ਸ਼ੁਭ ਕਰਮਾਂ ਦਾ ਫਲ ਸੇਵਾਦਾਰਾਂ ਨੂੰ ਮਿਲਦਾ ਹੈ, ਅਤੇ ਅਸ਼ੁਭ ਕਰਮਾਂ ਦਾ ਫਲ ਨਿੰਦਿਆ ਕਰਨ ਵਾਲਿਆਂ ਨੂੰ, ਵਿਰੋਧੀਆਂ ਨੂੰ ਮਿਲਦਾ ਹੈ। ਸੋ ਇਸ ਪ੍ਰਕਾਰ ਇਹ ਜਿਹੜੇ ਕਰਮ ਹੈ ਜਦੋਂ ਬ੍ਰਹਮ ਗਿਆਨ ਹੋ ਜਾਂਦਾ ਹੈ ਤਾਂ ਉਸ ਵੇਲੇ ਕਰਮਾਂ ਦਾ ਵਿਨਾਸ਼ ਹੋ ਜਾਂਦਾ, ਕਰਮ ਫਲੀਭੂਤ ਨਹੀਂ ਹੁੰਦੇ। ਗਿਆਨ ਭਇਆ ਤਾਂ ਕਰਮ ਹੈ ਨਾਸ। ਜਦੋਂ ਗਿਆਨ ਹੋ ਗਿਆ, ਉਦੈ ਗਿਆਨ ਰਿਦ ਹੋਤ ਜਬ ਸੰਚਿਤ ਕਰਮ ਬਿਲਾਤ, ਕਿਰੇਮਾਨ ਹੋਵੇ ਨਹੀਂ ਪ੍ਰਾਰਬਧ ਮਿਟ ਜਾਤ। ਉਸ ਵੇਲੇ ਕਹਿੰਦੇ ਕਿਰੇਮਾਨ ਹੁੰਦੇ ਨਹੀਂ, ਪ੍ਰਾਰਬਧ ਖਤਮ ਹੋ ਜਾਂਦੀ ਹੈ ਸਰੀਰ ਦੇ ਨਾਲ ਹੀ। ਅਤੇ ਜੇ ਕਿਰੇਮਾਨ ਨਹੀਂ ਹੁੰਦੇ ਤਾਂ ਸੰਚਿਤ ਕਿੱਥੋਂ ਹੋਣਗੇ, ਇਕੱਠੇ ਕਿੱਥੋਂ ਹੋਣਗੇ? ਇਸ ਕਰਕੇ ਤਿੰਨੇ ਪ੍ਰਕਾਰ ਦੇ ਕਰਮ ਉਦੋਂ ਤੱਕ ਹੀ ਹੈ ਜਦੋਂ ਤੱਕ ਗਿਆਨ ਨਹੀਂ ਹੈ। ਫਿਰ ਭੂਤਕਾਲ, ਭਵਿੱਖਤ ਕਾਲ ਅਤੇ ਜੋ ਵਰਤਮਾਨ ਵਿੱਚ ਵਰਤ ਰਿਹਾ ਹੈ, ਇਹ 3 ਪ੍ਰਕਾਰ ਦੇ ਜਿਹੜੇ ਸਮੇਂ ਆ, ਵਰਤਮਾਨ ਕਾਲ, ਇਹਨਾਂ ਨੂੰ ਤਿੰਨਾਂ ਨੂੰ ਵੀ ਕਹਿੰਦੇ ਪ੍ਰਤੀਬੰਧ, ਰੁਕਾਵਟ ਪਛਾਣ ਲਓ। ਫਿਰ ਦੱਸਦੇ ਆ ਵੀ ਜੀਵ ਸੁਭਾਵ ਕਿਵੇਂ ਬਣਦਾ ਹੈ, ਜੀਵ ਸੁਭਾਅ, ਜੀਵ ਕਿਵੇਂ ਬਣਦਾ ਹੈ। ਕਹਿੰਦੇ ਤ੍ਰਿਗੁਣੀ ਮਾਇਆ ਲੈ ਚੇਤਨ ਮਹਿ, ਜੀਵ ਸੁਭਾਵ ਗਿਆਨ ਬਿਨ ਜਾਨ। ਕਹਿੰਦੇ ਜਦੋਂ ਚੇਤਨ ਦੇ ਵਿੱਚ ਤ੍ਰਿਗੁਣੀ ਮਾਇਆ, ਰਜੋ ਗੁਣ, ਸਤੋ ਗੁਣ ਅਤੇ ਤਮੋ ਗੁਣ, ਸੋ ਤਿੰਨੇ ਪ੍ਰਕਾਰ ਦੇ ਗੁਣਾਂ ਨੂੰ ਲੈ ਕੇ ਅਤੇ ਗਿਆਨ ਤੋਂ ਬਿਨਾਂ ਹੁੰਦਾ, ਅਗਿਆਨਤਾ ਦੇ ਸਹਿਤ ਹੁੰਦਾ ਹੈ, ਉਸ ਵੇਲੇ ਕਹਿੰਦੇ ਇਹਨੂੰ ਜੀਵ ਕਹਿੰਦੇ ਆ। ਜੀਵ ਸੁਭਾਵ ਜਾਣ ਲਓ। ਅਤੇ ਕਹਿੰਦੇ ਸਤੋ ਗੁਣ, ਰਜੋ ਗੁਣ ਅਤੇ ਤਮੋ ਗੁਣ ਤਬ ਲਓ, ਉਦੋਂ ਤੱਕ ਹੀ ਹੈ ਜਦੋਂ ਤੱਕ ਕਹਿੰਦੇ ਮਹਾਨ ਗਿਆਨ, ਬ੍ਰਹਮ ਗਿਆਨ ਪ੍ਰਾਪਤ ਨਹੀਂ ਹੋਇਆ। ਜਦੋਂ ਕਹਿੰਦੇ ਗੁਣਾਂ ਦੇ ਵਿੱਚ ਪ੍ਰਵਿਰਤ ਹੋਣ ਤੋਂ ਰਹਿਤ ਹੋ ਜਾਵੇ ਔਰ ਭਿੰਨ ਲਖੈ ਨਿਜ, ਆਪਣੇ ਆਪ ਨੂੰ ਵੱਖਰਾ ਜਾਣ ਲਵੇ, ਉਸ ਸਰੂਪ ਨੂੰ ਨਿਰਗੁਣ ਸਰੂਪ ਕਹਿੰਦੇ ਹਨ। ਜਦੋਂ ਕਹਿੰਦੇ ਇੱਕ ਚੇਤਨ ਜਿਹੜਾ ਤਿੰਨਾਂ ਗੁਣਾਂ ਦੇ ਵਿੱਚ ਵਰਤਦਾ ਹੈ ਅਤੇ ਆਪਨ ਪਾਓ ਲੱਖ ਅਗਿਆਨ ਅਤੇ ਸਰਗੁਣ ਹੋਏ, ਜਦੋਂ ਆਪਣੇ ਆਪ ਨੂੰ ਜਾਣਦਾ ਮੈਂ ਵੱਖਰਾ ਹਾਂ, ਤਾਂ ਉਸ ਵੇਲੇ ਕਹਿੰਦੇ ਇਸ ਨੂੰ ਸਰਗੁਣ ਕਿਹਾ ਜਾਂਦਾ ਹੈ। ਜਿੰਨੇ ਕਹਿੰਦੇ ਆਕਾਰ ਹੈ
ਜਿੰਨੇ ਆਕਾਰ ਦਿਖਾਈ ਦੇ ਰਹੇ ਆ ਇਹਨਾਂ ਨੂੰ ਨਾਸ਼ਵੰਤ ਜਾਣੋ, ਇਹਨਾਂ ਨੂੰ ਨਾਸ਼ਵੰਤ ਪਛਾਣ ਲਓ। ਤੇ ਨਿਰਾਕਾਰ ਅਬਿਨਾਸ਼ੀ ਜੋਏ। ਤੇ ਅਬਿਨਾਸ਼ੀ ਕੌਣ ਹੈ? ਜਿਹੜਾ ਆਕਾਰ ਤੋਂ ਰਹਿਤ ਪਰਮਾਤਮਾ ਹੈ। ਨਿਰਾਕਾਰ ਉਹ ਅਬਿਨਾਸ਼ੀ ਹੈ, ਕਦੇ ਨਾਸ਼ ਨਹੀਂ ਹੁੰਦਾ। ਕਵੀ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਹਨ, ਸਾਰ ਗ੍ਰਹਿਣ ਬਿਨ ਸਾਰ ਸੁਖੋਏ। ਕਹਿੰਦੇ ਇੱਕ ਜਿਹੜਾ ਸਾਰ ਆਤਮਾ ਹੈ, ਆਤਮਾ ਦੇ ਸਾਰ ਨੂੰ ਜਾਣੇ ਤੋਂ ਬਿਨਾ ਸਾਰ ਸੁਖੋਏ। ਕਹਿੰਦੇ ਸਾਰ ਨੂੰ ਖੋ ਲੈਂਦਾ ਜੀਵ, ਤੱਤ ਨੂੰ ਗਵਾ ਲੈਂਦਾ ਹੈ। ਤਨ ਜਿਹੜਾ ਸਰੀਰ ਹੈ, ਤੇ ਇਸੇ ਪ੍ਰਕਾਰ ਜਿਹੜੇ ਸਾਡੇ ਇੰਦਰੇ ਹੈ, ਗਿਆਨ ਇੰਦਰੇ, ਕਰਮ ਇੰਦਰੇ ਤੇ ਮਨ ਬੁੱਧ ਚਿੱਤ ਹੰਕਾਰ ਤੇ ਜਿਹੜੇ ਇਹ ਦਸੇ ਹੀ ਪ੍ਰਾਣ ਹਨ, ਇਹ ਸਾਰੇ ਕਹਿੰਦੇ ਆਤਮਾ ਨਹੀਂ ਹਨ, ਅਨਾਤਮ ਹਨ। ਕਹਿੰਦੇ ਜੀਵ ਜਿਹੜਾ ਹੈ ਲਖੋ, ਕਹਿੰਦੇ ਹੇ ਸਿੱਖੋ ਇਹਨਾਂ ਨੂੰ ਜਾਣੋ ਕਿ ਜਿਹੜਾ ਆਕਾਰ ਹੈ ਅਗਿਆਨਤਾ ਦੇ ਹਨੇਰੇ ਦੇ ਸਹਿਤ ਹੀ ਸੱਚਾ ਪ੍ਰਤੀਤ ਹੁੰਦਾ ਹੈ। ਅਸਲ ਦੇ ਵਿੱਚ ਕੀ ਹੈ? ਜਿਹੜਾ ਬ੍ਰਹਮਾਤਮ ਹੈ ਉਹ ਤਾਂ ਕਹਿੰਦੇ ਸਾਖੀ ਸਰੂਪ ਹੈ, ਨਿਰੰਕਾਰ ਸਰੂਪ ਹੈ। ਸੋ ਕਹਿੰਦੇ ਆਪਣੇ ਆਪ ਨੂੰ ਜੋ ਅਨਾਤਮ ਜਾਣਨਾ ਹੈ, ਇਹ ਨਹੀਂ ਜਾਣਨਾ ਚਾਹੀਦਾ। ਆਪਣੇ ਆਤਮ ਨੂੰ ਆਤਮ ਸਰੂਪ ਜਾਣੋ। ਹਾਂ, ਕਹਿੰਦੇ ਜਿਹੜਾ ਚਿੱਤ ਬ੍ਰਹਮ, ਚੇਤਨ ਬ੍ਰਹਮ ਹੈ, ਨਿਜ ਲਖ ਨਾਹੇ ਸੋ ਆਕਾਰ ਨਿਰਕਾਰ ਨਹਿ। ਜਿਹੜਾ ਬ੍ਰਹਮ ਹੈ, ਚੇਤਨ ਬ੍ਰਹਮ ਹੈ, ਜਦੋਂ ਤੱਕ ਕਹਿੰਦੇ ਉਹਨੂੰ ਆਪਣਾ ਆਪਾ ਨਹੀਂ ਜਾਣਿਆ, ਨਿਜ ਲਖ ਨਾਹੇ, ਜਦੋਂ ਉਦੋਂ ਤੱਕ ਉਹਨੂੰ ਆਪਣਾ ਆਪਾ ਨਹੀਂ ਜਾਣਿਆ, ਉਦੋਂ ਤੱਕ ਆਕਾਰ ਹੈ, ਉਹਨੂੰ ਨਿਰਾਕਾਰ ਨਹੀਂ ਜਾਣਿਆ ਜਾਂਦਾ। ਪਰ ਅਸਲ ਵਿੱਚ ਕੀ ਹੈ? ਉਹ ਜਿਹੜਾ ਚੇਤਨ ਬ੍ਰਹਮ ਹੈ ਉਹਨੂੰ ਕਹਿੰਦੇ ਨਿਜ ਲਖਣਾ ਹੈ। ਉਹਨੂੰ ਇਹ ਨਾ ਜਾਣੋ ਮੇਰਾ ਆਪਣਾ ਆਪ, ਮੈਂ ਵੱਖਰਾ ਹਾਂ, ਮੈਂ ਸਰੀਰ ਹਾਂ, ਮੈਂ ਜੀਵ ਹਾਂ, ਈਸ਼ਰ ਹਾਂ। ਉਹ ਤਾਂ ਕਹਿੰਦੇ ਨਿਰਾ ਆਕਾਰ ਹੈ ਤੇ ਨਿਰਕਾਰਨ ਹੈ। ਫਿਰ ਕਹਿੰਦੇ ਜਦੋਂ ਆਪਣੇ ਆਪ ਨੂੰ ਜੀਵ ਭੁੱਲ ਜਾਂਦਾ ਹੈ ਵੀ ਮੈਂ ਉਸ ਬ੍ਰਹਮ ਦਾ ਸਰੂਪ ਹਾਂ, ਇਸ ਚੀਜ਼ ਨੂੰ ਵਿਸਰ ਜਾਏ, ਭੁੱਲ ਜਾਏ, ਤਾਂ ਉਸ ਵੇਲੇ ਕੀ ਉਹ ਆਪਨ ਪਾਓ, ਉਸ ਵੇਲੇ ਆਪਣੇ ਆਪ ਨੂੰ ਜਾਣਦਾ ਕਿ ਮੈਂ ਵੱਖਰਾ ਹਾਂ, ਕਿਉਂਕਿ ਬ੍ਰਹਮ ਦੇ ਸਰੂਪ ਨੂੰ ਭੁੱਲ ਗਿਆ। ਤੇ ਇਸ ਕਰਕੇ ਆਪਣਾ ਆਪ ਇਹਨੂੰ ਭਾਸ ਰਿਹਾ ਕਿ ਮੈਂ ਵੱਖਰਾ ਹਾਂ, ਬ੍ਰਹਮ ਵੱਖਰਾ ਹੈ। ਕਿ ਉਹ ਆਪਨ ਪਾਓ ਨਾਹੇ ਬਿਸਰ ਪਰਿਓ ਜੋ ਆਪ ਹੀ। ਜਦੋਂ ਕਹਿੰਦੇ ਆਪਣੇ ਆਪ ਨੂੰ ਵਿਸਾਰ ਦਿੱਤਾ ਤੇ ਫਿਰ ਉਹ ਬ੍ਰਹਮ ਹੀ ਦਿਖਾਈ ਦੇਣ ਲੱਗ ਪਿਆ, ਉਸ ਵੇਲੇ ਇਹ ਬ੍ਰਹਮ ਦਾ ਸਰੂਪ ਹੋ ਜਾਂਦਾ ਹੈ ਜੀਵ। ਸੋ ਜਦੋਂ ਆਪਣਾ ਆਪ ਭੁੱਲ ਜਾਏ ਨਾ ਮਨੁੱਖ, ਤੇ ਗੁਰਮੁਖ ਪਿਆਰਿਓ ਉਸ ਵੇਲੇ ਉਹ ਆਪਣੇ ਆਪ ਨੂੰ ਕੁਝ ਹੋਰ ਮੰਨਣ ਲੱਗ ਪੈਂਦਾ। ਇਸੇ ਤਰ੍ਹਾਂ ਜਿਹੜੀ ਸਾਡੀ ਜੀਵ ਆਤਮਾ ਹੈ ਤਾਂ ਇਹ ਬ੍ਰਹਮ ਆਤਮਾ ਦਾ, ਬ੍ਰਹਮ ਦਾ ਸਰੂਪ, ਪਰ ਉਹ ਵੱਖਰਾ ਹੋ ਗਿਆ। ਇਸ ਕਰਕੇ ਇਹਨੂੰ ਆਪਣਾ ਆਪ ਵੱਖਰਾ ਭਾਸਣ ਲੱਗ ਪਿਆ। ਪਰ ਪ੍ਰਾਪਤੀ ਇਹ ਕਰਨੀ ਹੈ, ਇੱਥੋਂ ਤੱਕ ਪਹੁੰਚਣਾ ਹੈ ਕਿ ਅਸੀਂ ਬ੍ਰਹਮ ਦਾ ਸਰੂਪ ਹਾਂ, ਬ੍ਰਹਮ ਹੀ ਸਭ ਕੁਝ ਕਰਾ ਰਿਹਾ ਹੈ, ਅਸੀਂ ਕੁਝ ਨਹੀਂ ਕਰ ਰਹੇ। ਅਹੰ ਭਾਵ ਜਿਸ ਵੇਲੇ ਖਤਮ ਹੋ ਗਿਆ, ਉਸ ਵੇਲੇ ਅਸੀਂ ਆਪਣੇ ਆਪੇ ਨੂੰ ਜਾਣ ਲੈਂਦੇ ਹਾਂ, ਜਿਸ ਨੂੰ ਗੁਰਬਾਣੀ ਕਹਿੰਦੀ ਹੈ, ਕਹੋ ਕਬੀਰ ਇਹੋ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮਾਨਸ। ਭੂਲ ਗਇਓ ਅਗਿਆਨ ਤੇ ਆਪਣੋ ਆਤਮ ਰੂਪ, ਤਾਹੀ ਕੋ ਫਿਰ ਜਾਣਬੋ ਗਿਆਨ ਕਹਿਤ ਕਾ ਭੂਪ। ਆਪਣੇ ਆਪੇ ਨੂੰ ਜਾਣ ਲੈਣਾ, ਜਿਹੜਾ ਅਗਿਆਨਤਾ ਦੇ ਕਾਰਨ ਸਰੂਪ ਨੂੰ ਭੁੱਲ ਬੈਠਾ ਹੈ, ਉਸ ਨੂੰ ਕਹਿੰਦੇ ਗਿਆਨ ਕਿਹਾ ਜਾਂਦਾ ਹੈ। ਜਿਵੇਂ ਨਾ ਕਹਿੰਦੇ ਇੱਕ ਸ਼ੇਰ ਦਾ ਬੱਚਾ ਉਹ ਜੰਗਲ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਵਿਛੜ ਗਿਆ ਤੇ ਭੇਡਾਂ ਬੱਕਰੀਆਂ ਦੇ ਵੱਗ ਦੇ ਵਿੱਚ ਰਲ ਗਿਆ। ਹੁਣ ਆਜੜੀ ਨੇ ਉਹ ਸ਼ੇਰ ਦੇ ਬੱਚੇ ਨੂੰ ਪਾਲ ਲਿਆ, ਭੇਡਾਂ ਬੱਕਰੀਆਂ ਦੇ ਨਾਲ ਹੀ ਉਵੇਂ ਉਹਦੀ ਆਦਤ ਬਣ ਗਈ। ਭੇਡਾਂ ਬੱਕਰੀਆਂ ਘਾਹ ਚਰਦੀਆਂ ਸੀ ਤੇ ਉਹ ਵੀ ਘਾਹ ਦੇ ਤਿਣਕੇ ਮੂੰਹ ਵਿੱਚ ਪਾਉਣ ਲੱਗ ਪਿਆ। ਸ਼ੇਰ ਦਾ ਧਰਮ ਤਾਂ ਸਿੰਘ ਰੁਚਿਆ ਸਦ ਭੋਜਨ ਮਾਸ, ਮਾਸ ਖਾਣਾ ਧਰਮ ਹੈ ਸ਼ੇਰ ਦਾ, ਮਾਸਾਹਾਰੀ ਜੀਵ ਹੈ। ਪਰ ਉਹ ਭੇਡਾਂ ਬੱਕਰੀਆਂ ਵਰਗਾ ਹੀ ਹੋ ਗਿਆ, ਉਹਨੂੰ ਆਪਣਾ ਆਪਾ ਭੁੱਲ ਗਿਆ, ਆਪਣਾ ਸਰੂਪ ਭੁੱਲ ਗਿਆ ਕਿ ਮੈਂ ਸ਼ੇਰ ਹਾਂ, ਸ਼ੇਰ ਦੀ ਅੰਸ਼ ਹਾਂ, ਅਤੇ ਉਹ ਆਪਣੇ ਆਪ ਨੂੰ ਭੇਡਾਂ ਬੱਕਰਾ ਹੀ ਸਮਝਣ ਲੱਗ ਪਿਆ। ਸੋ ਇੱਕ ਦਿਨ ਇਹ ਸਾਰੀਆਂ ਭੇਡਾਂ ਬੱਕਰੀਆਂ ਦਾ ਵੱਗ
ਤੇ ਇਹ ਸ਼ੇਰ ਦਾ ਬੱਚਾ ਨਦੀ ਦੇ ਉੱਤੇ ਜਲ ਛਕ ਰਹੇ ਸੀ, ਪਾਣੀ ਪੀ ਰਹੇ ਸੀ। ਜਦੋਂ ਪਾਣੀ ਪੀਂਦੇ ਸੀ ਤੇ ਉਧਰੋਂ ਇੱਕ ਸ਼ੇਰ ਆ ਗਿਆ। ਸ਼ੇਰ ਨੇ ਜਦੋਂ ਗਰਜ ਮਾਰੀ ਨਾ, ਦਹਾੜਿਆ, ਤੇ ਭੇਡਾਂ ਬੱਕਰੀਆਂ ਸੀ ਜਿਹੜੀਆਂ ਸਾਰੀਆਂ ਛੂ ਮੰਤਰ ਹੋ ਗਈਆਂ, ਇੱਕਦਮ ਭੱਜ ਗਈਆਂ ਉੱਥੋਂ। ਪਰ ਇਹ ਸ਼ੇਰ ਦਾ ਬੱਚਾ ਉੱਥੇ ਖੜਾ ਰਿਹਾ, ਕਿਉਂਕਿ ਸ਼ੇਰ ਦੀ ਅੰਸ਼ ਸੀ ਨਾ, ਉਵੇਂ ਜਿਵੇਂ ਜੀਵ ਬ੍ਰਹਮ ਦੀ ਅੰਸ਼ ਹੈ, ਸ਼ੇਰ ਦੀ ਅੰਸ਼ ਸੀ, ਤੋਂ ਇਹ ਟਿਕਿਆ ਰਿਹਾ, ਇਹ ਭੱਜਿਆ ਨਾ। ਸ਼ੇਰ ਆਇਆ ਭੱਜ ਕੇ ਇਹਦੇ ਨੇੜੇ ਹੋਇਆ ਜਿਸ ਵੇਲੇ, ਤੇ ਬੜਾ ਹੈਰਾਨ ਹੋਇਆ। ਕਹਿਣ ਲੱਗੇ, ਸਮਝਣ ਵਾਸਤੇ ਸਾਖੀ ਹੈ, ਬੜਾ ਹੈਰਾਨ ਹੋਇਆ, ਕਹਿੰਦਾ ਵੀ ਤੂੰ ਸ਼ੇਰ ਦੀ ਅੰਸ਼, ਮੇਰਾ ਪੁੱਤਰ, ਸਾਡੇ ਕੁਲ ਦੇ ਵਿੱਚੋਂ, ਸਾਡੇ ਪਰਿਵਾਰ ਦੇ ਵਿੱਚੋਂ, ਤੂੰ ਆ ਭੇਡਾਂ ਬੱਕਰੀਆਂ ਵਿੱਚ ਕਿੱਧਰ ਰਲਿਆ ਫਿਰਦਾ? ਉਹ ਕਹਿੰਦਾ, ਨਾ ਜੀ ਸ਼ੇਰ ਜੀ ਮਹਾਰਾਜ, ਤੁਸੀਂ ਤਾਂ ਐਵੇਂ ਭੁਲੇਖੇ ਵਿੱਚੋਂ, ਮੈਂ ਸ਼ੇਰ ਸ਼ੂਰ ਕੋਈ ਨਹੀਂ, ਮੈਂ ਤਾਂ ਬੱਕਰਾ ਐ। ਸ਼ੇਰ ਉਸ ਵੇਲੇ ਕਹਿਣ ਲੱਗਾ, ਨਹੀਂ ਤੂੰ ਬੱਕਰਾ ਨਹੀਂ, ਵੇਖ, ਕਹਿੰਦਾ ਆ ਪਾਣੀ ਦੇ ਵਿੱਚ ਆਪਣਾ ਪਰਛਾਵਾਂ ਵੇਖ, ਜਿਸ ਤਰ੍ਹਾਂ ਦੀ ਜੱਤ ਤੇਰੇ ਸਰੀਰ ਦੇ ਉੱਤੇ, ਉਸ ਤਰ੍ਹਾਂ ਦੇ ਵਾਲ ਮੇਰੇ ਸਰੀਰ ਦੇ ਉੱਤੇ ਹੈ, ਜਿਵੇਂ ਦੀਆਂ ਤੇਰੀਆਂ ਅੱਖਾਂ ਉਵੇਂ ਮੇਰੀਆਂ, ਜਿਵੇਂ ਨਕੀਲੇ ਮੇਰੇ ਦੰਦ ਉਵੇਂ ਤੇਰੇ ਦੰਦ, ਤੂੰ ਬੱਕਰਾ ਨਹੀਂ, ਤੂੰ ਸ਼ੇਰ ਹੈ। ਤਾਂ ਉਸ ਵੇਲੇ ਕਹਿਣ ਲੱਗਾ, ਮਹਾਰਾਜ, ਕਹਿੰਦਾ ਮੇਰੀ ਚਮੜੀ ਵੀ ਤੁਹਾਡੇ ਨਾਲ ਮਿਲਦੀ ਹੋਊਗੀ, ਮੇਰੀ ਖੱਲ ਵੀ ਤੁਹਾਡੇ ਨਾਲ ਮਿਲਦੀ ਹੋਊਗੀ, ਮੇਰੀ ਜਿਹੜੀ ਉੱਨ ਹੈ, ਮੇਰੇ ਸਰੀਰ ਦੇ ਵਾਲ, ਜੱਤ ਵੀ ਤੁਹਾਡੇ ਨਾਲ ਮਿਲਦੀ ਹੋਊ, ਅੱਖਾਂ ਵੀ ਮਿਲਦੀਆਂ ਹੋਣਗੀਆਂ, ਦੰਦ ਵੀ ਮਿਲਦੇ ਹੋਣਗੇ, ਪਰ ਮਹਾਰਾਜ ਮੈਂ ਸ਼ੇਰ ਨਹੀਂ, ਮੈਂ ਤਾਂ ਬੱਕਰਾ, ਕਿਉਂਕਿ ਅਗਿਆਨਤਾ ਦੇ ਕਾਰਨ ਭੁੱਲਿਆ ਨਾ। ਉਸ ਵੇਲੇ ਸ਼ੇਰ ਕਹਿੰਦਾ ਵੀ ਇਹ ਤਾਂ ਬੜੀ ਸਮੱਸਿਆ ਆ ਗਈ, ਕਿਵੇਂ ਇਹਨੂੰ ਇਹਦਾ ਆਪਣਾ ਸਰੂਪ ਯਾਦ ਕਰਾਈਏ। ਉਸ ਵੇਲੇ ਕਹਿਣ ਲੱਗਾ, ਕਹਿੰਦਾ ਮੈਂ ਦੇਖ, ਮੈਂ ਗਰਜ ਮਾਰਦਾ, ਜੇ ਤਾਂ ਤੇਰੀ ਮੇਰੇ ਵਰਗੀ ਆਵਾਜ਼ ਹੋਈ ਫਿਰ ਤਾਂ ਤੂੰ ਮੰਨ ਜਾਏਗਾ ਨਾ ਵੀ ਤੂੰ ਸ਼ੇਰ ਹੈ। ਉਹ ਕਹਿੰਦਾ ਠੀਕ ਹੈ। ਸ਼ੇਰ ਉੱਚੀ ਦੇਣੇ ਗਰਜਿਆ, ਅਤੇ ਉਹ ਸ਼ੇਰ ਦਾ ਬੱਚਾ ਰਹਿੰਦਾ ਸੀ ਭੇਡਾਂ ਬੱਕਰੀਆਂ 'ਚ, ਉਹ ਵਿਚਾਰਾ ਸਹਿਮ ਜੇ ਗਿਆ ਥੋੜ੍ਹਾ ਜਿਹਾ, ਅਤੇ ਉਹਨੇ ਹੌਸਲਾ ਦਿੱਤਾ, ਕਹਿੰਦਾ ਨਹੀਂ ਤੂੰ ਥੋੜ੍ਹਾ ਜਿਹਾ, ਕਹਿੰਦਾ ਬੋਲ ਕੇ ਤਾਂ ਦੇਖ। ਉਹ ਜਦੋਂ ਬੋਲੇ, ਉਹ ਭੇਡਾਂ ਬੱਕਰੀਆਂ ਵਰਗੀ ਆਵਾਜ਼ ਮੈਂ ਜੀ ਕਰੀ ਜਾਵੇ। ਉਹਨੂੰ ਕਹਿੰਦਾ ਨਹੀਂ ਤੂੰ ਥੋੜ੍ਹਾ ਜਿਹਾ ਹੋਰ ਜ਼ੋਰ ਲਾ ਕੇ ਬੋਲ ਕੇ ਵੇਖ। ਜਿਸ ਵੇਲੇ ਕਈ ਵਾਰ ਦੀ ਕੋਸ਼ਿਸ਼ ਤੋਂ ਬਾਅਦ ਸ਼ੇਰ ਦਾ ਬੱਚਾ ਉੱਚੀ ਗਰਜਿਆ ਨਾ, ਸ਼ੇਰ ਵਾਲੀ ਦਹਾੜ ਮਾਰੀ, ਫਿਰ ਉਹਨੂੰ ਚੇਤਾ ਆਇਆ ਵੀ ਹਾਂ ਮੈਂ ਤਾਂ ਵਾਕਈ ਸ਼ੇਰ ਦਾ ਬੱਚਾ, ਮੈਂ ਤਾਂ ਸ਼ੇਰ ਹਾਂ, ਮੈਂ ਤਾਂ ਐਵੇਂ ਭੇਡਾਂ ਬੱਕਰੀਆਂ ਦੇ ਵਿੱਚ ਰਲਿਆ ਫਿਰਦਾ ਸੀ। ਸੋ ਇਸੇ ਪ੍ਰਕਾਰ ਜੀਵ ਆ ਨਾ ਜਿਹੜਾ, ਜਦੋਂ ਤੱਕ ਇਹਨੂੰ ਗਿਆਨ ਨਹੀਂ ਹੁੰਦਾ, ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਉਦੋਂ ਤੱਕ ਇਹ ਆਪਣੇ ਆਪ ਨੂੰ ਜੀਵ ਸਮਝ ਰਿਹਾ, ਆਪਣੇ ਆਪ ਨੂੰ ਅਲੱਗ ਸਮਝ ਰਿਹਾ, ਪਰ ਹੈ ਇਹ ਬ੍ਰਹਮ ਦੀ ਅੰਸ਼ ਹੈ, ਪਰਮਾਤਮਾ ਦੀ ਅੰਸ਼ ਹੈ। ਸੋ ਇੱਥੋਂ ਤੱਕ ਦੀ ਜਿਹੜੀ ਪ੍ਰਾਪਤੀ ਹੈ, ਇਹ ਸਾਰੀ ਇਸ ਅਧਿਆਏ ਦੇ ਵਿੱਚ ਭਾਈ ਦਇਆ ਸਿੰਘ ਜੀ ਨੇ ਕਹੀ ਹੈ। ਅਤੇ ਇਹਨੂੰ ਜੇ ਆਪਾਂ ਦੁਨਿਆਵੀ ਉਦਾਹਰਣ ਦੇ ਤੌਰ 'ਤੇ ਵੀ ਲਾਈਏ ਨਾ, ਅਤੇ ਗੁਰਮੁਖ ਪਿਆਰਿਓ, ਜਿਵੇਂ ਅੱਜ ਸ਼ੇਰਾਂ ਦੇ ਬੱਚੇ, ਸਿੱਖਾਂ ਦੇ ਬੱਚੇ ਆਪਣਾ ਸਰੂਪ ਭੁੱਲਦੇ ਜਾ ਰਹੇ ਹੈ। ਉਹਨਾਂ ਨੂੰ ਕਹੋ ਨਾ ਤੁਸੀਂ ਸਿੰਘ ਆ, ਤੁਸੀਂ ਸਰਦਾਰ ਹੈ, ਅਤੇ ਉਹ ਕਹਿਣ ਨੂੰ ਤਾਂ ਕਹੀ ਜਾਣਗੇ ਜੀ ਹਾਂ ਜੀ ਅਸੀਂ ਸਰਦਾਰ ਹੈ, ਪਰ ਸਰਦਾਰੀ ਕਿਤੇ ਦਿਖਾਈ ਨਹੀਂ ਦਿੰਦੀ ਹੁੰਦੀ। ਸਿਰ 'ਤੇ ਕੇਸ ਨਹੀਂ, ਮੂੰਹ ਸਿਰ ਐਨ ਰਗੜ ਕੇ ਮੁੰਨਿਆ, ਮੂੰਹਾਂ ਵਿੱਚ ਸਿਗਰਟਾਂ ਅੜਾਈਆਂ, ਅਤੇ ਸ਼ੇਰਾਂ ਦਾ ਸਰੂਪ ਕਿੱਥੇ? ਕਿਉਂਕਿ ਆਪਣਾ ਆਪਾ ਭੁੱਲ ਗਿਆ ਨਾ, ਆਪਣੀ ਵਿਰਾਸਤ ਭੁੱਲ ਗਏ, ਆਪਣੇ ਵਿਰਸੇ ਨੂੰ ਭੁੱਲ ਗਏ। ਫਿਰ ਉਹਨਾਂ ਨੂੰ ਕਥਾ ਕੀਰਤਨ ਦੇ ਵਿੱਚ ਸਾਧੂ ਮਹਾਤਮਾ ਗੁਰਸਿੱਖ, ਅਤੇ ਫਿਰ ਉਹ ਥੋੜ੍ਹੀਆਂ ਟਕੋਰਾਂ ਮਾਰਦੇ ਆ, ਜਿਵੇਂ ਉਹ ਸ਼ੇਰ ਨੇ ਉਹਨੂੰ ਟਕੋਰਾ ਮਾਰ ਕੇ ਦੱਸਿਆ ਵੀ ਤੂੰ ਦੇਖ ਤੇਰਾ ਆਪਣਾ ਆਪ ਆ ਹੈ। ਤਾਂ ਫਿਰ ਕਿਤੇ ਨਾ ਕਿਤੇ ਕਿਸੇ ਨੂੰ ਸੋਝੀ ਪੈ ਜਾਂਦੀ ਹੈ, ਉਹ ਆਪਣੇ ਘਰ ਵਾਪਸੀ ਉਹਦੀ ਹੋ ਜਾਂਦੀ ਹੈ, ਗੁਰਸਿੱਖੀ ਵਿੱਚ ਪਰਤ ਆਉਂਦਾ। ਇਸ ਕਰਕੇ ਆਪਣੇ ਸਰੂਪ ਨੂੰ, ਆਪਣੇ ਵਿਰਸੇ ਨੂੰ, ਔਰ ਆਪਣਾ ਜੋ ਆਪਾ ਬ੍ਰਹਮ ਹੈ ਉਹਨੂੰ ਕਦੇ ਨਾ ਭੁੱਲੀਏ। ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਣ। ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਲ ਹੋਈਏ ਜੀ। कियो अपन पो नाहे बिसर परियो जो आप ही। वाहिगुरु जी का खालसा, वाहिगुरु जी की फतेह।